ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਸ਼ੁਕਰੀਆ ਰੰਧਾਵਾ ਜੀ। ਮਨਪ੍ਰੀਤ ਜੀ, ਉਹਨਾਂ ਸੁਪਨਿਆਂ ਦਾ ਕੀ ਕਰੀਏ ਜਿਹੜੇ ਜੰਮਣ ਤੋਂ ਪਹਿਲਾਂ ਹੀ ਮਰ ਗਏ। ਬਹੁਤ ਸਾਰੇ ਲੋਕਾਂ ਦੇ ਦਿਲ ਦੀਆਂ ਦਿਲ 'ਚ ਰਹਿ ਗਈਆਂ, ਲੇਕਿਨ ਇਹ ਸਿਆਸਤ ਆ, ਇੱਥੇ ਕੁਝ ਵੀ ਵਾਪਰਦਾ। ਇਹ ਸੁਪਨੇ ਚੰਨੀ ਸਾਹਿਬ ਦੇ ਵੀ ਮਰ ਗਏ, ਸਿੱਧੂ ਦੀ ਘਰਵਾਲੀ ਦੇ ਵੀ ਮਰ ਗਏ, ਬਾਜਵੇ ਭਰਾਵਾਂ ਦੇ ਵੀ ਮਰ ਗਏ, ਬੀਬੀ ਭੱਠਲ ਦਾ ਵੀ ਜ਼ਿਕਰ ਹੋਇਆ, ਲਾਲ ਸਿੰਘ ਵੀ ਮੁੱਛਾਂ ਨੂੰ ਤੇਲ ਲਾਈ ਫਿਰਦੇ ਸੀ। ਔਰ ਕਈ ਪੱਧਰਾਂ ਦੇ ਉੱਤੇ ਮੈਨੂੰ ਲੱਗਦਾ ਜਾਖੜ ਸਾਹਿਬ ਵੀ ਆਪਣੇ ਭਤੀਜੇ ਲਈ ਆਸਵੰਦ ਸੀ, ਕਹਿੰਦੇ ਹੁਣ ਇੱਕ ਪਰਿਵਾਰ 'ਚ ਇੱਕ ਟਿਕਟ ਦਿੱਤੀ ਜਾਣੀ ਹੈ। ਕੀ ਇਹ ਫਾਰਮੂਲਾ ਗਾਂਧੀ ਪਰਿਵਾਰ ਤੇ ਵੀ ਲਾਗੂ ਹੋਊਗਾ? ਇਹ ਵੀ ਕਿਤੇ ਅੱਗੇ ਜਾ ਕੇ ਗੱਲ ਕਰ ਲਿਓ। ਲੇਕਿਨ ਪੰਜਾਬ ਨੂੰ ਕੀ ਇੱਕ ਨਵਾਂ ਪੁਲਿਸ ਮੁਖੀ ਫਿਰ ਮਿਲੇਗਾ? ਕੀ ਸਿਧਾਰਥ ਚੱਟੋਪਾਧਿਆ ਚਲੇ ਜਾਣਗੇ? ਔਰ ਕੀ ਵੀਕੇ ਭਾਵਰਾ ਪੰਜਾਬ ਦੇ ਨਵੇਂ ਪੁਲਿਸ ਪ੍ਰਮੁੱਖ ਹੋ ਸਕਦੇ ਅਗਲੇ ਦਿਨਾਂ ਦੇ ਵਿੱਚ, ਜਾਂ ਫਿਰ ਦਿਨਕਰ ਗੁਪਤਾ ਵਾਪਸ ਆ ਜਾਣਗੇ? ਇਹ ਵੱਡਾ ਸਵਾਲ ਆ, ਇਹਦੇ ਤੇ ਬਹਿਸ ਤੇ ਚਰਚਾ ਬਣਦੀ ਆ। ਅੱਜ ਮਜੀਠੀਆ ਕੇਸ ਵਿੱਚ ਕੋਰਟ 'ਚ ਕੀ ਕੁਝ ਰਹਿਣ ਵਾਲਾ, ਇਹਦੇ ਤੇ ਗੱਲਬਾਤ ਕਰਾਂਗੇ। ਕੱਲ ਕੁਝ ਦਿਲਚਸਪ ਤੱਥ ਸਰਕਾਰੀ ਧਿਰ ਨੇ ਪੇਸ਼ ਕੀਤੇ ਆ, ਉਹਨਾਂ ਤੇ ਵੀ ਜ਼ਿਕਰ ਕਰਾਂਗੇ। ਲੇਕਿਨ ਅਕਾਲੀ ਦਲ ਪੰਥਕ ਪੈਂਤੜੇ ਤੇ ਪਰਤਾਇਆ ਔਰ 2 ਜਨਵਰੀ ਨੂੰ ਮੰਜੀ ਸਾਹਿਬ ਗੁਰਦੁਆਰਾ 'ਚ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਜਿਹੜਾ ਦੀਵਾਨ ਹਾਲ ਮੰਜੀ ਸਾਹਿਬ, ਉੱਥੇ ਪੰਥਕ ਇਕੱਤਰਤਾ ਸੱਦੀ ਗਈ ਆ ਬੇਅਦਬੀ ਮਾਮਲਿਆਂ ਦੇ ਉੱਤੇ ਪੰਥਕ ਵਿਚਾਰਾਂ ਲਈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਰਗਰਮ ਹੋਣਾ, ਕੋਰ ਕਮੇਟੀ 'ਚ ਬੈਠਣਾ, ਕੋਰ ਕਮੇਟੀ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਚੁੱਪ ਧਾਰ ਲੈਣੀ, ਇਹ ਅਹਿਮ ਸਵਾਲ ਨੇ। ਅਕਾਲੀ ਰਾਜਨੀਤੀ ਬਦਲ ਰਹੀ ਹੈ, ਦਿੱਲੀ 'ਚ ਵੀ ਕੁਝ ਚੱਲ ਰਿਹਾ, ਲੇਕਿਨ ਬੀਜੇਪੀ ਵਾਲੇ ਕਹਿੰਦੇ ਆ ਕਿ ਚੋਣ ਤਾਂ ਹੋ ਲੈਣ ਦਿਓ, ਮੁੱਖ ਮੰਤਰੀ ਵੀ ਦੇ ਦਿਆਂਗੇ। ਹੁਣ ਜੇ ਪੰਜਾਬ ਦੇ ਵਿੱਚ ਬੀਜੇਪੀ ਨੇ ਮੁੱਖ ਮੰਤਰੀ ਦਾ ਚਿਹਰਾ ਦੇਣਾ ਹੋਵੇ, ਮੰਨ ਲਓ ਕਿਤੇ ਜਮਾ ਜੋੜ ਫਾਸੀ ਜਾਂਦਾ ਹੈ, ਤਾਂ ਕੌਣ ਦੇਣਗੇ? ਇਹਦੇ ਤੇ ਵੀ ਮੰਥਨ ਕਰਾਂਗੇ। ਤੇ ਫਿਰ ਜੇ ਮੈਂ ਸ਼ੁਰੂ 'ਚ ਤੁਹਾਡੇ ਕੋਲ ਇਹ ਜਾਣਕਾਰੀ ਲੈਣੀ ਚਾਹਾਂ ਕਿ ਮਜੀਠੀਆ ਮਾਮਲੇ 'ਚ ਅੱਜ ਕੋਰਟ 'ਚ ਕੀ ਹੋਣ ਵਾਲਾ, ਤਾਂ ਮੈਨੂੰ ਲੱਗਦਾ ਹੈ ਕਿ ਕਈ ਘੜੀਆਂ ਜੁੜਨਗੀਆਂ ਔਰ ਪਿੱਛੇ ਦਾ ਇੱਕ ਸਿਲਸਿਲਾ ਅੱਗੇ ਵਧੂਗਾ, ਜਿਹਦੇ ਵਿੱਚ ਮਾਣਯੋਗ ਹਾਈ ਕੋਰਟ ਦਾ ਜ਼ਿਕਰ ਵੀ ਆਊਗਾ ਸ਼ਾਇਦ, ਔਰ ਜਿਹਦੇ ਵਿੱਚ 2014 'ਚ ਜਿਹੜੀਆਂ ਕੜੀਆਂ ਤੇ ਲੜੀਆਂ ਇਕੱਠੀਆਂ ਜੋੜੀਆਂ ਗਈਆਂ ਸੀ, ਉਹਨਾਂ ਦੇ ਹਵਾਲੇ ਵੀ ਆਉਣਗੇ। ਇੱਕ ਵਾਰੀ ਫਿਰ ਧੂੜ ਉੱਡਦੀ ਦਿਸੂਗੀ। ਕੀ ਕਹਿੰਦੇ? ਦੇਖੋ ਰੰਧਾਵਾ ਜੀ, ਅੱਜ ਵੀ ਬੜਾ ਅਹਿਮ ਦਿਨ ਹੋਣ ਜਾ ਰਿਹਾ ਮੋਹਾਲੀ ਦੇ ਉਸ ਕੋਰਟ ਦੇ ਵਿੱਚ। ਐਡੀਸ਼ਨਲ ਸੈਸ਼ਨ ਜੱਜ ਨੇ ਸੰਦੀਪ ਕੁਮਾਰ ਸਿੰਗਲਾ, ਉਹਨਾਂ ਦੀ ਕੋਰਟ ਦੇ ਵਿੱਚ ਇਹ ਮਾਮਲਾ ਕੱਲ ਵੀ ਲੱਗ ਗਿਆ ਸੀ। ਤੇ ਆਪਾਂ ਨੂੰ ਪਹਿਲਾਂ ਕਾਫੀ ਦਿਨ ਤੋਂ ਕਿਆਸ ਲਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਬਿਕਰਮ ਸਿੰਘ ਮਜੀਠੀਆ ਹੁਣ ਕਿਸੇ ਤਰ੍ਹਾਂ ਦੀ ਐਂਟੀਸਪੇਟਰੀ ਬੇਲ ਜਾਂ ਜ਼ਮਾਨਤ ਲਈ ਅਪਲਾਈ ਕਰਨਗੇ। ਉਹਨਾਂ ਦਾ ਹੱਕ ਆ, ਉਹਨਾਂ ਨੂੰ ਸੰਵਿਧਾਨ ਪੂਰਾ ਹੱਕ ਦਿੰਦਾ ਕਿ ਉਹ ਆਪਣਾ ਬਚਾਓ ਕਰਨ ਤੇ ਆਪਣੀ ਜ਼ਮਾਨਤ ਜੇ ਉਹਨੂੰ ਮਿਲਦੀ ਹੈ ਕਿ ਕੋਈ ਕੋਰਟ ਉਹਨਾਂ ਨੂੰ ਰਾਹਤ ਦਿੰਦੀ ਹੈ ਤੇ ਉਹ ਜ਼ਰੂਰ ਲੈਣ। ਦਰਅਸਲ ਆਪਾਂ ਨੂੰ ਹੁਣ ਤੱਕ ਇਹ ਪਤਾ ਲੱਗ ਹੀ ਗਿਆ ਕਿ ਉਹ ਇਸ ਕੇਸ ਨੂੰ ਲੈ ਕੇ ਜਿਹੜੇ ਉਹਨਾਂ ਦੇ ਵਕੀਲ ਆ ਅਰਸ਼ਦੀਪ ਸਿੰਘ ਚੀਮਾ ਤੇ ਅੱਜ RS ਚੀਮਾ ਉਹਨਾਂ ਦੀ ਵੀ ਅਪੀਅਰ ਹੋਣ ਦੀ ਪੂਰੀ ਉਮੀਦ ਆ, ਜਿਹੜੇ ਸਾਡੇ ਸਾਬਕਾ ਪੰਜਾਬ ਦੇ ਐਡਵੋਕੇਟ ਜਨਰਲ ਵੀ ਕਿਸੇ ਵਕਤ ਰਹੇ ਆ। ਉਹਨਾਂ ਦੀ ਦਲੀਲ ਇਹੀ ਆ, ਜਿਹੜਾ ਉਹਨਾਂ ਨੇ ਹਲਫਨਾਮਾ ਉਹਨਾਂ ਦੇ ਪਿਤਾ ਜੀ ਨੇ ਦਾਇਰ ਕੀਤਾ, ਉਹਨਾਂ ਵੱਲੋਂ ਸਤਿਆਜੀਤ ਸਿੰਘ ਮਜੀਠੀਆ ਵੱਲੋਂ ਦਾਇਰ ਕੀਤਾ ਗਿਆ, ਕਿ ਇਹ ਸਾਰਾ ਜਿਹੜਾ ਕੇਸ ਆ, ਇਹ ਸਾਰਾ ਦਾਰੋਮਦਾਰ ਆ, ਇਹ ਪੋਲੀਟੀਕਲ ਆ, ਇਹ ਸਿਆਸੀ ਆ। ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਇਹ ਖਾਸ ਤੌਰ ਤੇ ਇਹ ਕੇਸ ਦਰਜ ਕੀਤਾ ਗਿਆ ਤੇ ਇਹ ਗੈਰ ਕਾਨੂੰਨੀ ਹੈ। ਇਹ ਸਾਰੀਆਂ ਦਲੀਲਾਂ ਉਹਨਾਂ ਨੇ ਅਦਾਲਤ ਦੇ ਵਿੱਚ ਪੇਸ਼ ਕੀਤੀਆਂ। ਜਦੋਂ ਕਿ ਜਿਹੜਾ ਸਰਕਾਰੀ ਪੱਖ ਆ, ਸਰਕਾਰ ਨੇ ਕਿਹਾ ਕਿ ਇਹਦੀ ਤਹਿਕੀਕਾਤ ਪਹਿਲਾਂ ਚੱਲ ਰਹੀ ਸੀ ਤੇ ਬਹੁਤ ਸਾਰੀਆਂ ਸਟੇਟਮੈਂਟਸ ਜਿਹੜੀਆਂ ED ਦੇ ਵਿੱਚ ਆਈਆਂ ਜਾਂ ਹਰਪ੍ਰੀਤ ਸਿੰਘ ਸਿੱਧੂ ਉਹਨਾਂ ਦੀ ਜਾਂਚ ਦੇ ਵਿੱਚ ਦੌਰਾਨ ਆਈਆਂ, ਉਹਨਾਂ ਦਾ ਹਵਾਲਾ ਦੇ ਕੇ, ਜਿਸ ਤਰ੍ਹਾਂ ਬਿੱਟੂ ਔਲਖ ਦੀ ਸਟੇਟਮੈਂਟ ਹੋਈ, ਜਗਜੀਤ ਸਿੰਘ ਚਾਹਲ ਹੋਣਾ ਦੀ ਸਟੇਟਮੈਂਟ ਹੋਈ, ਉਹਨਾਂ ਦਾ ਹਵਾਲਾ ਦੇ ਕੇ ਉਹਨਾਂ ਨੇ ਕੋਰਟ ਦੇ ਮੋਹਾਲੀ ਕੋਰਟ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਕੇਸ ਆ ਇਹ ਬਿਲਕੁਲ ਵਾਜਬ ਆ, ਇਹ ਗੈਰ ਕਾਨੂੰਨੀ ਨਹੀਂ ਆ ਤੇ ਸਾਨੂੰ ਉਹਨਾਂ ਦੀ ਪੁੱਛਗਿੱਛ ਵੀ ਕਰਨੀ ਪੈਣੀ ਆ। ਇਹ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ। ਇੱਕ ਹੋਰ ਉਹਨਾਂ ਨੇ ਹਵਾਲਾ ਦਿੱਤਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਵੀ ਦਿੱਤਾ, ਔਰ ਅੱਜ ਵੀ ਉਹਨਾਂ ਦਾ ਹਵਾਲਾ ਦੇਣਗੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਇਹ ਕਾਰਵਾਈ ਚੱਲਦੀ ਰਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ, ਤੇ ਹਮੇਸ਼ਾ ਹੀ ਹਾਈ ਕੋਰਟ ਦੇ ਜਿਹੜੇ ਜੱਜਿਸ ਨੇ, ਚਾਹੇ ਉਹ ਜਸਟਿਸ AG ਮਸੀਹ ਹੋਣ ਤੇ ਚਾਹੇ ਜਸਟਿਸ ਸੰਦੀਪ ਮੌਡਗਿਲ ਹੋਣ, ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਤੁਹਾਨੂੰ ਕਿਹਨੇ ਰੋਕਿਆ ਸੀ, ਤੁਸੀਂ ਸੁੱਤੇ ਪਏ ਸੀ, ਤੁਸੀਂ ਹਜੇ ਤੱਕ ਕਾਰਵਾਈ ਨੂੰ ਅੱਗੇ ਕਿਉਂ ਨਹੀਂ ਵਧਾਇਆ, ਤੁਹਾਨੂੰ ਜਾਂਚ ਕਰਨ ਤੋਂ ਕਿਸੇ ਨੇ ਨਹੀਂ ਸੀ ਰੋਕਿਆ।
ਤੇ ਪੰਜਾਬ ਸਰਕਾਰ ਦੇ ਜਿਹੜੇ ਸੀਨੀਅਰ ਵਕੀਲ ਹੈ ਦੀਪਿੰਦਰ ਸਿੰਘ ਪਟਵਾਲੀਆ, ਜਿਨ੍ਹਾਂ ਨੇ ਖੁਦ ਇਸ FIR ਤੋਂ ਪਹਿਲਾਂ ਆਪਣਾ ਓਪੀਨੀਅਨ ਦੇ ਕੇ ਇਹ FIR ਦਰਜ ਕਰਵਾਈ, ਤੇ ਉਹਨਾਂ ਨੇ ਵੀ ਉਸੇ ਅਦਾਲਤ ਦੇ ਵਿੱਚ ਕਿਹਾ ਸੀ ਕਿ ਅਸੀਂ ਵਾਕਿਆ ਸੁੱਤੇ ਪਏ ਸੀ, ਅਸੀਂ ਲੇਜ਼ੀ ਸੀ, ਪਰ ਅਸੀਂ ਹੁਣ ਨੀਂਦ ਚੋਂ ਉੱਠ ਗਏ ਹਾਂ। ਸੋ ਨੀਂਦ ਚੋਂ ਉੱਠਣ ਦਾ ਮਤਲਬ ਇਹ ਕਿ ਤਹਿਕੀਕਾਤ ਨੂੰ ਅੱਗੇ ਵਧਾਇਆ ਜਾਵੇ, ਜਾਂਚ ਨੂੰ ਅੱਗੇ ਵਧਾਇਆ ਜਾਵੇ। ਸੋ ਇਸ ਤਰ੍ਹਾਂ ਦੀਆਂ ਤਮਾਮ ਦਲੀਲਾਂ ਜਿਹੜੀਆਂ ਉਹ ਅੱਜ ਵੀ ਅਦਾਲਤ ਦੇ ਵਿੱਚ ਸੁਣੀਆਂ ਜਾਣਗੀਆਂ। ਦੇਖਦੇ ਆ ਕਿ ਅਦਾਲਤ ਇਸ ਦਾ ਕੀ ਰੁਖ ਅਖਤਿਆਰ ਕਰਦੀ ਹੈ। ਕੀ ਬਿਕਰਮ ਸਿੰਘ ਮਜੀਠੀਆ ਨੂੰ ਇੱਥੋਂ ਹੀ ਕੋਈ ਰਾਹਤ ਮਿਲ ਜੂਗੀ ਜਾਂ ਉਹਨਾਂ ਨੂੰ ਹਾਈ ਕੋਰਟ ਦਾ ਰੁਖ ਕਰਨਾ ਪਊਗਾ, ਇਹ ਤਾਂ ਖੈਰ ਆਉਣ ਵਾਲਾ ਸਮਾਂ ਹੀ ਦੱਸੂਗਾ। ਲੇਕਿਨ ਬਹਿਸ ਹੈ ਜਿਹੜੀ, ਜਿਸ ਤਰ੍ਹਾਂ ਕੱਲ ਪੂਰੀ ਤਰ੍ਹਾਂ ਭਖਵੀਂ ਹੋਈ, ਅੱਜ ਵੀ ਪੂਰੀ ਤਰ੍ਹਾਂ ਦੋਨਾਂ ਧਿਰਾਂ ਦੇ ਵਿੱਚ ਬੜੀ ਭਖਵੀਂ ਬਹਿਸ ਹੋਣ ਦੀ ਉਮੀਦ ਆ। ਤੇ ਦੋਨੇ ਜਿਹੜੀਆਂ ਧਿਰਾਂ ਆਪਣੀਆਂ ਆਪਣੀਆਂ ਦਲੀਲਾਂ ਦੇ ਕੇ ਦੱਸਣ ਦੀ ਕੋਸ਼ਿਸ਼ ਕਰਨਗੀਆਂ ਕਿ ਉਹਨਾਂ ਨੇ ਕੁਝ ਵੀ ਗੈਰ ਕਾਨੂੰਨੀ ਨਹੀਂ ਕੀਤਾ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਬੇਸ਼ੱਕ RS ਚੀਮਾ ਇੱਕ ਵੱਡੇ ਵਕੀਲ ਆ ਔਰ ਉਹਨਾਂ ਦੇ ਖਾਤੇ 'ਚ ਬਹੁਤ ਸਾਰੇ ਟੇਢੇ ਲੇਕਿਨ ਕਾਮਯਾਬ ਤਰੀਨ ਕੇਸ ਬੋਲਦੇ ਆ। ਉਹਨਾਂ ਨੇ ਬਹੁਤ ਸਾਰੇ ਕੇਸਾਂ 'ਚ ਸਫਲਤਾ ਹਾਸਲ ਕੀਤੀ। ਬਹੁਤ ਸਾਰੇ ਕੇਸ ਤੇ ਪੰਜਾਬ ਸਰਕਾਰ ਦੇ ਹੀ ਖਿਲਾਫ ਸੀਗੇ। ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ 'ਚ ਸ਼ਾਇਦ ਕਹਿੰਦੇ ਰਾਹਤ ਵੀ ਇਹਨਾਂ ਨੇ ਹੀ ਦਵਾਈ ਸੀ। ਤੇ ਜੇਕਰ ਹੁਣ ਤੁਸੀਂ ਪਿਛਲੇ ਦਿਨਾਂ 'ਚ ਦੇਖੋਗੇ ਤਾਂ ਸਰਕਾਰ ਦੇ ਖਿਲਾਫ ਬੇਅਦਬੀ ਮਾਮਲਿਆਂ ਦੇ ਵਿੱਚ ਵੀ ਇਹਨਾਂ ਨੇ ਕਾਫੀ ਆਪਣੇ ਜਿਹੜੇ ਮੁਵੱਕਲ ਸੀ ਉਹਨਾਂ ਲਈ ਰਾਹਤ ਦਵਾਈ। ਲੇਕਿਨ ਇੱਥੇ ਥੋੜੀ ਜਿਹੀ ਟੇਢੀ ਖੀਰ ਆ। ਮੈਨੂੰ ਇੰਝ ਲੱਗਦਾ ਕਿ ਜਦੋਂ ਕੋਰਟਸ, ਕਿਉਂਕਿ ਅਸੀਂ ਟਿੱਪਣੀ ਤਾਂ ਕਰ ਨਹੀਂ ਸਕਦੇ ਕੋਰਟਸ ਦੇ ਮਾਮਲਿਆਂ 'ਚ, ਲੇਕਿਨ ਜਦੋਂ ਵੀ ਕਿਤੇ ਇਹੋ ਜਿਹੇ ਕੇਸਾਂ ਦਾ ਹਵਾਲਾ ਆਊਗਾ ਤਾਂ ਉੱਪਰਲੀ ਅਦਾਲਤ ਵਿੱਚ ਹੋਈਆਂ ਸੁਣਵਾਈਆਂ ਦਾ ਜ਼ਿਕਰ ਵੀ ਮਾਣਯੋਗ ਅਦਾਲਤਾਂ ਦੇ ਧਿਆਨ 'ਚ ਹੋਊਗਾ। ਡੈਫੀਨੇਟਲੀ ਜਦੋਂ ਅਦਾਲਤ ਦੀ ਉਹ ਟਿੱਪਣੀ ਕਿ ਸਰਕਾਰ ਸੁੱਤੀ ਰਹੀ, ਠੀਕ ਹੈ ਜੀ, ਔਰ ਇਹਦਾ ਅਸਿੱਧਾ ਮਤਲਬ ਤਾਂ ਇਹੀ ਹੈ ਕਿ ਸਰਕਾਰ ਕਾਰਵਾਈ ਕਿਉਂ ਨਹੀਂ ਸੀ ਕਰ ਰਹੀ। ਤੇ ਫਿਰ ਮੈਨੂੰ ਲੱਗਦਾ ਹੈ ਕਿ ਨਸ਼ੇ ਵਰਗੇ ਕੇਸ ਵਿੱਚ ਇੰਨੀ ਆਸਾਨ ਰਾਹਤ ਔਖੀ। ਹੋਰ ਦੂਜੀ ਗੱਲ ਇਹ ਹੈ ਕਿ ਸਰਕਾਰ ਵੀ ਆਪਣੇ ਤੌਰ ਤੇ ਪੂਰਾ ਜ਼ੋਰ ਲਾਊਗੀ, ਕਿਉਂਕਿ ਇਸ ਸਰਕਾਰ ਦਾ ਸਾਰਾ ਅਕਸ ਤੇ ਦਾਰੋ ਮਦਾਰ ਸਿਆਸੀ ਇਸੇ ਕੇਸ ਤੇ ਅਟਕਿਆ ਤੇ ਪੂਰੇ ਪੰਜਾਬ ਦੀ ਨਜ਼ਰ ਵੀ ਇਸ ਕੇਸ ਦੇ ਉੱਤੇ ਲੱਗੀ ਹੋਈ ਆ। ਨੋ ਡਾਊਟ ਕਿ ਭਾਵੇਂ ਇਹਨੂੰ ਸਿਆਸੀ ਬਦਲਾਖੋਰੀ ਕਹਿ ਰਿਹਾ ਅਕਾਲੀ ਦਲ, ਪਰ ਇਹਦੇ 'ਚ ਇੱਕ ਪਹਿਲੂ ਹੋਰ ਆ। ਦੋ ਇਕੱਠੇ ਨਾਲ ਜੁੜਦੇ ਪਹਿਲੂ ਜੋੜ ਹੀ ਲੈਂਦੇ ਆ। ਪਹਿਲਾਂ ਤੇ DGP ਸਿਧਾਰਥ ਚੱਟੋਪਾਧਿਆਏ ਸਾਹਿਬ ਦਾ, ਕਿ ਉਹਨਾਂ ਨੇ ਇਸ ਕੇਸ ਨੂੰ ਜਿਸ ਤਰੀਕੇ ਨਾਲ ਅੱਗੇ ਵਧਾਇਆ, ਕਿਉਂਕਿ ਇਕਬਾਲਪ੍ਰੀਤ ਸਿੰਘ ਸਹੋਤਾ ਦੇ ਜਾਣ ਤੋਂ ਬਾਅਦ ਇਹ ਕੇਸ ਅੱਗੇ ਵਧਿਆ, ਤੇ ਜਿਸ ਤਰੀਕੇ ਨਾਲ ਸਰਕਾਰ ਨੂੰ ਇਹਦੇ ਵਿੱਚ ਅਗਰੈਸ਼ਨ ਦਿਖਾਉਣ ਦਾ ਮੌਕਾ ਮਿਲਿਆ, ਫਰੰਟ ਫੁੱਟ ਤੇ ਆਉਣ ਦਾ ਮੌਕਾ ਮਿਲਿਆ, ਅਕਾਲੀ ਦਲ ਬੈਕ ਫੁੱਟ ਤੇ ਗਿਆ। ਮੇਰਾ ਖਿਆਲ ਇਹ ਕਰੂਸ਼ਲ ਰੋਲ DG ਦਾ ਸੀਗਾ, ਡਾਇਰੈਕਟਰ ਜਨਰਲ ਆਫ ਪੁਲਿਸ ਦਾ ਸੀਗਾ। ਹੁਣ ਜਦੋਂ ਉਹਨਾਂ ਨੂੰ ਦਿੱਲੀੋਂ ਝਟਕਾ ਲੱਗ ਰਿਹਾ, ਜਦੋਂ ਸਰਕਾਰ ਦੇ ਉਸ ਪੱਤਰ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਕੱਟ ਆਫ 30 ਸਤੰਬਰ ਦੀ ਮੰਨੋ, ਜਦੋਂ ਐਲੀਜੀਬਲ ਹੁੰਦੇ ਆ ਸਿਧਾਰਥ ਚੱਟੋਪਾਧਿਆਏ, ਉਹਨਾਂ ਕਿਹਾ ਨਹੀਂ 5 ਸਤੰਬਰ ਹੀ ਬਣਦੀ ਹੈ, ਕਿਵੇਂ ਮੰਨ ਸਕਦੇ ਆ, ਟੈਕਨੀਕਲ ਗਰਾਊਂਡ ਤੇ ਤੁਹਾਡੇ ਕੋਲ ਹੋਰ ਲੌਜਿਕ ਹੈ ਤਾਂ ਸਾਨੂੰ ਭੇਜ ਦਿਓ। ਇਹਦਾ ਮਤਲਬ ਹੈ ਕਿ ਉਹ ਬਜਿੱਦ ਨੇ ਕਿ 5 ਅਕਤੂਬਰ ਦੇ ਨਜ਼ਰੀਏ ਤੋਂ ਹੀ DGP ਦੀ ਨਿਯੁਕਤੀ ਦਾ ਪੈਨਲ ਫਾਈਨਲ ਹੋਣਾ ਹੈ। ਕਿ ਇਸ ਕਰੂਸ਼ਲ ਇਸ ਮੌਕੇ ਤੇ DGP ਦਾ ਬਦਲਿਆ ਜਾਣਾ, ਜੇ ਅਗਲੇ 10 ਦਿਨ 'ਚ ਇਹ ਕਾਰਵਾਈ ਸਿਰੇ ਚੜ੍ਹਦੀ, ਹਾਲਾਂਕਿ ਮੈਨੂੰ ਲੱਗਦਾ ਹੈ ਕਿ ਚੋਣ ਜ਼ਾਬਤਾ ਵੀ ਜਲਦੀ ਲੱਗ ਜਾਊਗਾ, ਸ਼ਾਇਦ ਜਨਵਰੀ ਦੇ ਪਹਿਲੇ ਹਫ਼ਤੇ ਦਾ ਜ਼ਿਕਰ ਹੋ ਰਿਹਾ, ਔਰ ਉਹਦੇ ਅੱਗੇ ਬਹੁਤਾ ਡਿਲੇ ਹੋਣ ਦੇ ਅਸਾਰ ਨਹੀਂਗੇ ਕਿ DG ਬਦਲੇ ਜਾਣ ਤੋਂ ਬਾਅਦ ਇਸ ਕੇਸ ਦੇ ਉੱਤੇ ਕੋਈ ਅਸਰ ਆਊਗਾ। ਪਹਿਲੀ ਗੱਲ। ਦੂਜਾ, ਅਕਾਲੀ ਦਲ ਦੀ ਕੋਰ ਕਮੇਟੀ ਤੇ ਇਹਦੇ ਤੇ ਧਾਰੀ ਚੁੱਪ ਦਾ ਕੀ ਅਰਥ ਲਈਏ। ਦੂਜੀ ਗੱਲ ਤੇ ਪਹਿਲਾਂ ਜਾਣਦੇ ਹਾਂ, ਪਹਿਲਾਂ DG ਤੇ ਲਾਈਏ, ਡਾਇਰੈਕਟਰ ਜਨਰਲ ਆਫ ਪੁਲਿਸ ਦੇ ਉੱਤੇ, ਕਿ ਜਿਹੜੀ UPSC 'ਚ ਸੁਣਵਾਈ ਹੋਣੀ ਹੈ ਅਗਲੀ, ਜਿਹਦੀ ਅਜੇ ਕੋਈ ਡੇਟ ਤੈਅ ਨਹੀਂ, ਜਿੱਥੇ ਸਰਕਾਰ ਦੇ ਪੱਖ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਦਰਕਨਾਰ ਕਰਤਾ ਹੈ। ਇਹ ਦੋਨਾਂ ਕੇਸਾਂ ਨੂੰ ਕਿਵੇਂ ਅੱਗੇ ਵਧਾਈਏ, ਕਿਵੇਂ ਜੋੜ ਕੇ ਦੇਖੀਏ? ਦੇਖੋ, ਜਿਹੜੀ ਇਹ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਆ, ਉਹਨਾਂ ਨੇ ਇੱਕ ਖਿੜਕੀ ਜ਼ਰੂਰ ਦੇਤੀ ਆ। ਉਹਨਾਂ ਨੇ ਹਜੇ ਵੀ ਪੰਜਾਬ ਸਰਕਾਰ ਨੂੰ ਕਿਹਾ ਕਿ ਜੇ ਤੁਹਾਡੇ ਤੋਂ ਇਸ ਤੋਂ ਇਲਾਵਾ ਕੋਈ ਦਲੀਲ ਆ, ਜਿਹੜੀ ਕੱਟ ਆਫ ਡੇਟ ਆ ਉਹ ਅਸੀਂ 30 ਸਤੰਬਰ ਨਹੀਂ ਲਵਾਂਗੇ, ਅਸੀਂ 5 ਜਿਹੜੀ ਆ ਉਹ ਅਕਤੂਬਰ ਹੀ ਲਵਾਂਗੇ। ਔਰ ਉਹਨਾਂ ਨੇ ਇਹ ਵੀ ਗੱਲ ਸਪਸ਼ਟ ਕਰਤੀ ਹੈ ਕਿ ਦਿਨਕਰ ਗੁਪਤਾ ਜਿਹੜੇ ਪਹਿਲਾਂ DGP ਸੀ, ਉਹ 4 ਅਕਤੂਬਰ ਔਰ 5 ਅਕਤੂਬਰ ਤੱਕ ਬਤੌਰ DGP ਪੰਜਾਬ ਉਹ ਮੌਜੂਦ ਸੀ, ਉਹ ਆਪਣੇ ਸਥਾਨ ਤੇ ਸੀ। ਸੋ ਇਸ ਕਰਕੇ ਜਿਹੜੀ ਤੁਹਾਡੀ 18 ਦਸੰਬਰ ਦੀ ਸਾਨੂੰ ਚਿੱਠੀ ਲਿਖੀ ਹੋਈ ਹੈ, UPSC ਪੰਜਾਬ ਸਰਕਾਰ ਨੂੰ ਕਹਿੰਦੀ ਹੈ, ਉਹ ਇਸ ਗੱਲ ਨੂੰ ਤਾਕੀਦ ਨਹੀਂ ਕਰਦੀ। ਇਸ ਗੱਲ ਦਾ ਜਿਹੜਾ ਸਾਨੂੰ ਕੋਈ ਹਵਾਲਾ ਨਹੀਂ ਹੈ ਕਿ ਉਸ ਟਾਈਮ ਜਿਹੜਾ ਪਦ ਸੀ ਜਾਂ ਅਹੁਦਾ ਸੀ ਉਹ ਖਾਲੀ ਸੀ। ਸੋ ਇਸ ਕਰਕੇ ਅਸੀਂ ਇਸ ਤੁਹਾਡੀ ਦਲੀਲ ਨੂੰ ਨਹੀਂ ਮੰਨਦੇ। ਲੇਕਿਨ ਜੇ ਤੁਹਾਡੇ ਕੋਲ ਕੋਈ ਹੋਰ ਦਲੀਲ ਆ ਇਸ ਮੁਤਲਕ, ਤੇ ਤੁਸੀਂ ਸਾਨੂੰ ਉਹ ਜਲਦੀ ਭੇਜੋ। ਹੁਣ ਉਹ ਜਲਦੀ ਕਿੰਨੀ ਹੈ, ਜਾਂ ਪੰਜਾਬ ਸਰਕਾਰ ਇਸ ਗੱਲ ਦਾ ਵੀ ਹਵਾਲਾ ਲੈ ਸਕਦੀ ਹੈ ਕਿ ਸਾਡੇ ਕੋਲ ਹੋਰ ਵੀ ਤੱਥ ਆ ਤੇ ਅਸੀਂ ਤੁਹਾਨੂੰ ਜਲਦੀ
ਭੇਜਦੇ ਹਾਂ, ਕਿਉਂਕਿ ਜਿਹੜੀ ਗੱਲ ਤੁਸੀਂ ਕਹਤੇ ਕਿ ਬਹੁਤ ਜਲਦੀ ਜਿਹੜਾ ਕੋਡ ਆਫ ਕੰਡਕਟ ਆ ਉਹ ਵੀ ਲੱਗਣ ਵਾਲਾ, ਇਲੈਕਸ਼ਨਸ ਆ ਜਿਹੜੀਆਂ ਉਹ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਕਿਸੇ ਟਾਈਮ ਵੀ ਅਨਾਉਂਸ ਹੋ ਸਕਦੇ ਆ, ਪਹਿਲੇ ਜਾਂ ਦੂਜੇ ਹਫਤੇ ਦੇ ਵਿੱਚ। ਸੋ ਜੀ ਜ਼ਿਆਦਾ ਵਕਤ ਰਹਿ ਨਹੀਂ ਗਿਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਰਕਾਰ ਵੀ ਆਪਣੀਆਂ ਦਲੀਲਾਂ ਪੇਸ਼ ਕਰ ਸਕਦੀ ਆ, ਲੇਕਿਨ ਇੱਕ ਗੱਲ ਜ਼ਰੂਰ ਆ ਕਿ ਜੇ UPSC ਇਸ ਗੱਲ ਤੇ ਨਹੀਂ ਮੰਨਦੀ ਜਾਂ ਬਿਲਕੁਲ ਇਸ ਚੀਜ਼ ਨੂੰ ਉਹਨਾਂ ਨੇ ਜਿਹੜੀ ਪਹਿਲੀ ਦਲੀਲ ਆ ਉਸ ਨੂੰ ਤਾਂ ਦਰਕਿਨਾਰ ਕਰ ਹੀ ਦਿੱਤਾ ਉਹਨਾਂ ਨੇ, ਤਾਂ ਫਿਰ ਪੰਜਾਬ ਸਰਕਾਰ ਨੂੰ ਨਵਾਂ DGP ਲੱਭਣਾ ਪਊਗਾ, ਜਾਂ ਫਿਰ ਜਿਹੜੇ ਆਪਣੇ ਪੁਰਾਣੇ DGP ਉਹਨਾਂ ਨੇ ਬਦਲੇ ਨੇ ਸ਼ਾਇਦ ਉਹਨਾਂ ਨੂੰ ਵਾਪਸ ਲਿਆਉਣਾ ਪਊਗਾ। ਇਹ ਸਾਰਾ ਕੁਝ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਆਲਟਰਨੇਟਿਵਸ ਜਾਂ ਆਪਸ਼ਨਸ ਪੰਜਾਬ ਸਰਕਾਰ ਕੋਲੇ ਹੈ ਨਹੀਂ ਆ ਇਸ ਸਾਰੀ ਸਥਿਤੀ ਨੂੰ ਵੇਖਦੇ ਹੋਏ। ਇਹਦੇ 'ਚ ਇੱਕ ਪਹਿਲੂ ਹੋਰ ਵੀ ਹੋ ਸਕਦਾ ਕਿ ਪੰਜਾਬ ਸਰਕਾਰ UPSC ਵੱਲੋਂ ਫਾਈਨਲ ਕੀਤੇ ਗਏ ਪੈਨਲ ਦੇ ਖਿਲਾਫ ਕਿਸੇ ਅਦਾਲਤ ਦਾ ਜਾਂ ਟ੍ਰਿਬਿਊਨਲ ਦਾ ਵੀ ਰੁਖ ਕਰ ਸਕਦੀ ਹੈ। ਇਹ ਵੀ ਕੁਝ ਪਹਿਲੂ ਹੁੰਦੇ ਆ ਕਿ ਪੰਜਾਬ ਸਰਕਾਰ ਆਪਣੇ ਸਮੇਂ ਨੂੰ ਅੱਗੇ ਵਧਾਉਣ ਲਈ ਜਾਂ ਮੌਜੂਦਾ DGP ਕੋਲੋਂ ਅਹਿਮ ਕੰਮ ਜਿਹੜੇ ਆ, ਕਿਉਂਕਿ ਮੌਜੂਦਾ DGP ਬਾਰੇ ਕਿਹਾ ਜਾਂਦਾ ਕਿ ਬਹੁਤਾ ਅਸਰ ਨਹੀਂ ਕਬੂਲਦੇ ਔਰ ਜਦੋਂ ਕੁਝ ਕਰਨਾ ਹੁੰਦਾ ਅੱਗੇ ਵੱਧਦੇ ਆ, ਬੜੀ ਦੇਰ ਤੋਂ ਲਟਕੇ ਮਸਲੇ ਉਹਨਾਂ ਹੱਥ ਚ ਲਏ ਆ। ਇਸ ਮਾਮਲੇ 'ਚ ਜਿਹੜੀ ਸਰਕਾਰ ਉਹਦੇ ਕੋਲ ਕੋਈ ਹੋਰ ਆਪਸ਼ਨਸ ਵੀ ਮੌਜੂਦ ਰਹਿਣਗੀਆਂ, ਇਹ ਵੀ ਦੇਖਣਾ ਹੋਊਗਾ। ਤੇ ਜੇ ਖੁਦਾ ਨਾ ਖਾਸਤਾ ਇਹ ਸਭ ਵਾਪਰਦਾ ਤਾਂ ਮੌਜੂਦਾ DGP ਚਟੋਪਾਧਿਆਏ ਸਾਹਿਬ ਨੂੰ ਉਹ ਕਿਸ ਜਗ੍ਹਾ ਤੇ ਐਡਜਸਟ ਕਰਨਗੇ, ਕਿਉਂਕਿ ਤੁਹਾਨੂੰ ਯਾਦ ਹੋਣਾ ਪਹਿਲੀ ਸਰਕਾਰ ਦੇ ਵਿੱਚ ਸੁਰੇਸ਼ ਕੁਮਾਰ ਜਿਹੜੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਲਾਏ ਗਏ ਸੀ ਔਰ ਜਿਹੜਾ ਲਗਭਗ ਸਾਰਾ ਸਰਕਾਰ ਦਾ ਕੰਮ ਵੀ ਦੇਖਦੇ ਸੀ। ਭਾਵੇਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਿਨਾਂ 'ਚ ਉਦਾਸੀਨ ਰਹੇ, ਲੇਕਿਨ ਸਰਕਾਰੀ ਕੰਮਕਾਜ ਠੀਕ ਠਾਕ ਚੱਲਦਾ ਰਿਹਾ, ਸਰਕਾਰੀ ਕੰਮਕਾਜ ਬਿਹਤਰ ਤਰੀਕੇ ਨਾਲ ਹੁੰਦਾ ਰਿਹਾ। ਅਫਸਰਸ਼ਾਹੀ ਜਿਹੜੀ ਹੈ ਉਹ ਰੌਲਾ ਤਾਂ ਪੈਂਦਾ ਸੀਗਾ ਕਿ ਅਫਸਰਸ਼ਾਹੀ ਭਾਰੂ ਆ, ਲੇਕਿਨ ਕੰਮ ਜਿਹੜੇ ਸੀ ਜਿਵੇਂ ਅੱਜ ਕੱਲ ਕਈ ਜਗ੍ਹਾ ਤੇ ਦੇਖਿਆ ਜਾਂਦਾ ਹੈ, ਉਸ ਮਾਮਲੇ 'ਚ ਸੁਰੇਸ਼ ਕੁਮਾਰ ਦਾ ਕੰਮ ਆਲਾ ਦਰਜੇ ਦਾ ਮੰਨਿਆ ਜਾਊਗਾ। ਲੇਕਿਨ ਕੀ ਇਸ ਤਰ੍ਹਾਂ ਦੀ ਕੋਈ ਪੋਸਟ ਕ੍ਰੀਏਟ ਕੀਤੀ ਜਾ ਸਕਦੀ ਆ ਚਟੋਪਾਧਿਆਏ ਸਾਹਿਬ ਲਈ, ਕਿਉਂਕਿ ਜਿਸ ਤਰ੍ਹਾਂ ਦੀ ਸਰਕਾਰ ਨੂੰ ਇੱਕ ਫੇਵਰ ਮਿਲੀ ਆ, ਜਿਸ ਤਰੀਕੇ ਦਾ ਇਹ ਪ੍ਰੋਫੈਸ਼ਨਲਿਜ਼ਮ ਦਿਖਾਇਆ ਗਿਆ, ਜਿਸ ਤਰੀਕੇ ਨਾਲ ਇਹ ਕੇਸ ਅੱਗੇ ਵਧਾਇਆ ਗਿਆ, ਕੁਝ ਹੋਰ ਵੀ ਉਮੀਦ ਕੀਤੀ ਜਾ ਸਕਦੀ ਹੈ ਐਸੇ ਅਫਸਰਾਂ ਤੋਂ? ਸਰਕਾਰ ਵੱਲੋਂ, ਸਾਡੇ ਵੱਲੋਂ ਨਹੀਂ, ਸਰਕਾਰ ਵੱਲੋਂ ਉਮੀਦ ਕੀਤੀ ਜਾ ਸਕਦੀ? ਨਹੀਂ, ਸਰਕਾਰ ਦੇ ਅਖਤਿਆਰ 'ਚ ਬਹੁਤ ਕੁਝ ਹੁੰਦਾ ਕਰਨ ਲਈ, ਬਹੁਤ ਸ਼ਕਤੀਆਂ ਹੁੰਦੀਆਂ ਉਹਨਾਂ ਕੋਲੇ। ਉਹ ਕਿਸੇ ਵੀ ਲੈਵਲ ਤੇ ਜਾ ਕੇ ਜੋ ਸੰਵਿਧਾਨ ਉਹਨਾਂ ਨੂੰ ਹੱਕ ਦਿੰਦਾ ਉਸ ਅਧੀਨ ਕਈ ਫੈਸਲੇ ਉਹ ਲੈ ਸਕਦੇ ਆ। ਆਪਣੀ ਬਿਊਰੋਕ੍ਰੇਸੀ ਲੈਣੀ, ਤੁਹਾਨੂੰ ਯਾਦ ਹੋਣਾ ਇੱਕ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਬੜੇ ਖਾਸ IAS ਅਫਸਰ ਸੀ, ਵੈਸਟ ਬੰਗਾਲ ਤੋਂ ਆਏ ਸੀ, ਤੇ ਉਹ ਬਾਦਲ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਲੱਗੇ ਰਹੇ। ਵੈਸਟ ਬੰਗਾਲ ਦੀ ਸਰਕਾਰ ਨੇ ਉਹਨਾਂ ਨੂੰ ਕਈ ਵਾਰੀ ਵਾਪਸ ਬੁਲਾਉਣ ਦੀ ਕੋਸ਼ਿਸ਼ ਕੀਤੀ, ਉਹ ਗਏ ਨਹੀਂ, ਉਹ ਚਿੱਠੀਆਂ ਦੇ ਜਵਾਬ ਹੀ ਨਹੀਂ ਸੀ ਦਿੰਦੇ। ਸੋ ਮੈਂ ਸਿਰਫ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇਣਾ ਚਾਹੁੰਦਾ। ਜਿੱਥੋਂ ਤੱਕ ਸਿਧਾਰਥ ਚਟੋਪਾਧਿਆਏ ਸਾਹਿਬ ਦਾ ਸਵਾਲ ਆ, ਦੇਖੋ ਮੈਨੂੰ ਲੱਗਦਾ ਇਸ ਸਰਕਾਰ ਨੇ ਜੋ ਉਹਨਾਂ ਤੋਂ ਇੱਕ ਵੱਡਾ ਕੰਮ ਲੈਣਾ ਸੀ ਉਹ ਲੈ ਲਿਆ ਗਿਆ। ਇੱਕ FIR ਉਹਨਾਂ ਨੇ ਦਰਜ ਕਰਤੀ ਹੈ, ਹੁਣ ਉਹਦੀ SIT ਬਣ ਗਈ ਆ, ਤੇ SIT ਨੇ ਆਪਣੀ ਜਾਂਚ ਆਰੰਭ ਵੀ ਕਰਤੀ ਆ। ਉਹਨਾਂ ਨੇ ਜਿਸ ਤਰ੍ਹਾਂ ਹਰਪ੍ਰੀਤ ਸਿੰਘ ਸਿੱਧੂ ਨੂੰ ਪਹਿਲਾਂ ਹੀ ਉਹਨਾਂ ਦੇ ਵੀ ਬਿਆਨ ਕੱਲ ਦਰਜ ਕਰ ਲਏ ਆ, ਉਹਨਾਂ ਦੇ ਕੋਲ ਜਾ ਕੇ AIG ਜਿਹੜੇ ਬਲਰਾਜ ਸਿੰਘ ਨੇ ਉਹਨਾਂ ਨੇ ਇਸ SIT ਦਾ ਜਿਹੜਾ ਉਹ ਗਠਨ ਹੋਇਆ, ਕੁਲਵੰਤ ਸਿੰਘ DSP ਆ, ਨਾਲ ਹੀ ਉਹਦੇ ਵਿੱਚ ਰਾਜੇਸ਼ ਕੁਮਾਰ ਵੀ ਆ। ਸੋ ਇਹ ਸਾਰਿਆਂ ਨੇ ਕੰਮ ਸ਼ੁਰੂ ਕਰਤਾ, ਲੇਕਿਨ ਨਾਲ ਦੀ ਨਾਲ ਹੁਣ ਜਿਹੜਾ ਇਸ ਟਾਈਮ ਦਾਰੋਮਦਾਰ ਕਿਸੇ ਵੀ DGP ਤੇ ਆਉਂਦਾ ਪੰਜਾਬ ਦੇ ਆ, ਉਹ ਆਉਂਦਾ ਲਾਅ ਐਂਡ ਆਰਡਰ ਦਾ। ਦੇਖੋ ਬਾਕੀ ਸਾਰੇ ਮਸਲੇ ਚੱਲਦੇ ਰਹੇ ਨੇ, ਕਿਉਂਕਿ ਮੈਂ ਇਸ ਗੱਲ ਨਾਲ ਇਤਫਾਕ ਰੱਖਦਾ ਸੁਖਬੀਰ ਸਿੰਘ ਬਾਦਲ ਹੋਣਾ ਦੇ ਕਿ ਬਾਕੀ ਮਸਲੇ ਚੱਲਦੇ ਰਹਿਣਗੇ। ਸਿਆਸਤ ਕਰਨੀ ਹੈ ਜਾਂ ਕਰਨੀ ਹੈ, ਇਹ ਚੀਜ਼ ਬੰਦ ਕਰੋ ਲਾਅ ਐਂਡ ਆਰਡਰ ਤੇ। ਕਿਉਂਕਿ ਮੈਨੂੰ ਲੱਗਦਾ ਸੀ ਪਿਛਲੇ ਦਿਨਾਂ ਦੇ ਦੌਰਾਨ ਚਾਹੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਚਾਹੇ ਕੱਲ ਜਿਹੜਾ ਲੁਧਿਆਣੇ ਦੇ ਵਿੱਚ ਬੰਬ ਬਲਾਸਟ ਹੋਇਆ, ਜਾਂ ਇਸ ਤਰ੍ਹਾਂ ਦੀ ਤਮਾਮ ਜਦੋਂ ਘਟਨਾਵਾਂ ਹੁੰਦੀਆਂ, ਤੇ ਪੰਜਾਬ ਦੇ DGP ਦਾ ਅੱਗੇ ਆ ਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੇ ਮਨ ਦੇ ਵਿੱਚ ਇੱਕ ਕੌਨਫੀਡੈਂਸ ਬਹਾਲ ਕਰਨਾ, ਇੱਕ ਭਰੋਸਾ ਬਹਾਲ ਕਰਨਾ ਕਿ ਪੰਜਾਬ ਪੁਲਿਸ ਤੁਹਾਡੇ ਨਾਲ ਆ, ਅਸੀਂ ਇਸ ਤਰ੍ਹਾਂ ਦੇ ਕਿਸੇ ਵੀ ਐਲੀਮੈਂਟ ਨੂੰ, ਕਿਸੇ ਵੀ ਅਨਸਰ ਨੂੰ ਨਹੀਂ ਸੁੱਕਾ ਜਾਣ ਦੇਵਾਂਗੇ, ਜਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਕਰਾਂਗੇ, ਇਹ ਬਹੁਤ ਲਾਜ਼ਮੀ ਸੀ। ਠੀਕ ਹੈ, ਸਿਆਸੀ ਪਾਰਟੀਆਂ ਦੇ ਲੀਡਰ ਜਾਂ ਸਰਕਾਰ ਦੇ ਮੁੱਖ ਮੰਤਰੀ ਜਾਂ ਹੋਰ ਮੰਤਰੀ ਜ਼ਰੂਰ ਆਪਣੀਆਂ ਬਿਆਨਬਾਜ਼ੀਆਂ ਕਰਦੇ ਨੇ, ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਵੀ ਲੋਕ ਜਿਹੜੇ ਆ ਬਿਆਨਬਾਜ਼ੀਆਂ ਕਰਦੇ ਨੇ, ਲੇਕਿਨ ਮੈਨੂੰ ਲੱਗਦਾ ਜਿਹੜੀ ਸਭ ਤੋਂ ਵੱਧ ਸੁਰੱਖਿਆ ਦੇਣ ਦਾ ਜਿਹੜੀ ਇੱਕ ਜ਼ਿੰਮੇਵਾਰੀ ਹੁੰਦੀ ਆ ਉਹ ਪੰਜਾਬ ਪੁਲਿਸ ਹੁੰਦੀ ਆ, ਔਰ ਉੱਥੋਂ ਦੇ DG ਨੂੰ ਇੱਕ ਅੱਗੇ ਆ ਕੇ ਇਹ ਪਹਿਲ ਕਰਨੀ ਜ਼ਰੂਰ ਬਣਦੀ ਸੀ। ਆਮ ਤੌਰ ਤੇ ਅਮੂਮਨ ਅਸੀਂ ਇਹ ਚੀਜ਼ ਦੇਖੀ ਹੈ। ਸੋ ਹੁਣ ਜਿਹੜਾ ਸਾਰਾ ਧਿਆਨ ਆ ਇਸ ਗੱਲ ਵੱਲ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਬਹੁਤ ਅਫਰਾ ਤਫਰੀ ਦਾ ਇੱਕ ਮਾਹੌਲ ਜ਼ਰੂਰ ਪੈਦਾ ਹੋ ਗਿਆ ਕਿ ਇਹ ਅਚਾਨਕ ਕੀ ਕੁਝ ਹੋਣ ਲੱਗ ਗਿਆ। ਸੋ ਇਸ ਤੇ ਆਪਾਂ ਆਉਣ ਵਾਲੇ ਸਮੇਂ 'ਚ ਵੀ ਗੱਲ ਕਰਾਂਗੇ, ਲੇਕਿਨ ਮੈਨੂੰ ਲੱਗਦਾ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਜ਼ਿਆਦਾ ਵੱਡੀ ਆ ਜਦੋਂ NIA ਆ ਜੇ ਜਾਂ NSG ਆ ਜੇ ਜਾਂ ਬਾਹਰਲੀਆਂ ਏਜੰਸੀਆਂ ਆ ਕੇ ਦਖਲ ਦੇਣ ਲੱਗ ਜਾਣ,
ਤੇ ਫਿਰ ਤੁਹਾਨੂੰ ਜ਼ਰੂਰ ਇਹ ਸੋਚਣਾ ਪਊਗਾ ਕਿ ਜਦੋਂ ਚੋਣਾਂ ਬਿਲਕੁਲ ਨੇੜੇ ਨੇ, ਕਿਤੇ ਨਾ ਕਿਤੇ ਕੁਝ ਗੜਬੜ ਆ। ਸਾਨੂੰ ਆਪਣੇ ਹੱਥ ਦੇ ਵਿੱਚ, ਪੰਜਾਬ ਸਰਕਾਰ ਨੂੰ ਆਪਣੇ ਹੱਥ ਦੇ ਵਿੱਚ, ਕੰਟਰੋਲ ਦੇ ਵਿੱਚ ਇਹ ਸਿਚੁਏਸ਼ਨ ਲੈਣੀ ਪੈਣੀ ਆ। ਜੀ ਰੰਧਾਵਾ ਜੀ, ਦੇਖੋ ਦੇਖੋ ਬੜਾ ਅਹਿਮ ਸਵਾਲ ਆ ਕਿ ਬਾਰਡਰ ਸਟੇਟ ਔਰ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਵਾਪਰਨਾ ਇਹ ਸੂਚਕ ਤਾਂ ਹੈ ਹੀ ਆ, ਚਿੰਤਾ ਤਾਂ ਵੱਧਦੀ ਹੈ। ਲੇਕਿਨ ਇਹ ਵੀ ਦੇਖਣ ਦੀ ਲੋੜ ਆ ਕਿ ਉਹ ਤਾਕਤਾਂ ਕਿਹੜੀਆਂ ਨੇ ਜਿਹੜੀਆਂ ਕਰਵਾ ਰਹੀਆਂ ਨੇ, ਇਹ ਕਿਹਨੂੰ ਵਾਰਾ ਖਾਂਦਾ ਹੈ, ਇਹ ਕਿਸ ਤਰੀਕੇ ਨਾਲ ਅੱਗੇ ਵਧਾਈ ਜਾ ਰਹੀ ਹੈ ਗੱਲ। ਇਹਦੇ ਤੇ ਕਈ ਪਹਿਲੂ ਨੇ, ਕਈ ਪਾਸਿਓਂ ਬਿਆਨ ਆ ਰਹੇ ਆ। ਲੇਕਿਨ ਕੁੱਲ ਮਿਲਾ ਕੇ ਇਹਦੇ ਉੱਤੇ ਤੁਹਾਡੀ ਗੱਲ ਠੀਕ ਹੈ ਕਿ ਪੁਲਿਸ ਦਾ ਪੱਖ ਸਟਰੋਂਗਲੀ ਆਉਣਾ ਚਾਹੀਦਾ, ਔਰ ਜਿਹੜੇ ਉਹਨਾਂ ਨੂੰ ਸ਼ੁਰੂਆਤੀ ਜੋ ਨਜ਼ਰ ਆ ਰਿਹਾ ਉਹਦੇ ਤੇ ਟਿੱਪਣੀ ਵੀ ਦੇਣੀ ਚਾਹੀਦੀ ਆ, ਤਾਂ ਕਿ ਲੋਕਾਂ ਦੇ ਅੰਦਰ ਜਿਹੜੇ ਭਰਮ ਸਿਰਜੇ ਜਾ ਰਹੇ ਆ, ਜਿਹੜੇ ਇੱਕ ਦੂਜੇ ਪ੍ਰਤੀ ਸ਼ੰਕਾਵਾਂ ਨੇ, ਉਹ ਨਿਵਰਤ ਹੋ ਜਾਣੀਆਂ ਚਾਹੀਦੀਆਂ। ਜੇ ਇਹ ਅੱਤਵਾਦ ਵਰਗੀ ਘਟਨਾ ਹੈ ਤਾਂ ਉਹਦੇ ਤੱਥ ਵੀ ਪ੍ਰਸਤੁਤ ਕਰ ਦੇਣੇ ਚਾਹੀਦੇ ਪਬਲਿਕ 'ਚ, ਕਿਉਂਕਿ ਲੋਕੀ ਹੁਣ ਜਿਹੜੀ ਇਹ ਸਪਰੈਡ ਹੁੰਦੀ ਸੂਚਨਾ ਸੋਸ਼ਲ ਮੀਡੀਆ ਰਾਹੀਂ, ਉਹਦੇ ਤੋਂ ਕਈ ਵਾਰੀ ਭੈ ਦੇ ਵਿੱਚ ਵੀ ਆਉਂਦੇ ਆ, ਔਰ ਪੰਜਾਬ ਦਾ ਵਾਤਾਵਰਨ ਇਸ ਦਿਸ਼ਾ ਨੂੰ ਨਹੀਂ ਵਧਣਾ ਚਾਹੀਦਾ। ਤੁਹਾਡੀ ਗੱਲ ਠੀਕ ਹੈ ਕਿ ਡੀਜੀਪੀ ਸਾਹਿਬ ਨੂੰ ਮੂਹਰੇ ਆ ਕੇ ਇਹਦੇ ਉੱਤੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਲੇਕਿਨ ਹਾਂ, ਤੁਸੀਂ ਕੁਝ ਕਹਿਣਾ ਚਾਹ ਰਹੇ ਜੀ। ਮੈਂ ਇਹਦੇ ਨਾਲ ਇੱਕ ਜੁੜਦਾ ਕੇਸ ਦੱਸਣਾ ਚਾਹੁੰਦਾ ਤੁਹਾਨੂੰ, ਸਨ 2017 ਦਾ ਮੌੜ ਬਲਾਸਟ। ਰੰਧਾਵਾ ਜੀ, ਬਸ ਥੋੜਾ ਜਿਹਾ ਸਮਾਂ ਲੱਗੂਗਾ। ਉਹਦੇ ਵਿੱਚ 7 ਵਿਅਕਤੀਆਂ ਦੀ ਮੌਤ ਹੋ ਗਈ ਸੀ। 31 ਜਨਵਰੀ ਸਨ 2017 ਨੂੰ ਚੋਣਾਂ ਬਿਲਕੁਲ ਸਿਰ ਤੇ ਸੀ, ਉਸ ਵਕਤ ਇਹ ਬਲਾਸਟ ਹੁੰਦਾ। ਔਰ ਤੁਸੀਂ ਦੇਖੋ ਅੱਜ 5 ਸਾਲਾਂ ਬਾਅਦ ਵੀ, ਉਸ ਤੋਂ ਵੱਧ ਦਾ ਸਮਾਂ ਹੋ ਗਿਆ, ਸਾਨੂੰ ਨਹੀਂ ਪਤਾ ਕੌਣ ਦੋਸ਼ੀ ਸੀ। ਪਿੱਛੇ ਜੇ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਦਾ ਬਿਆਨ ਆਉਂਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਜਾਂਚ ਨਹੀਂ ਹੋਣ ਦਿੱਤੀ। ਵੈਸੇ ਮੈਂ ਤੁਹਾਨੂੰ ਇਹਦੇ ਥੋੜੇ ਜਿਹੇ ਤੱਥ ਦੱਸ ਦਿੰਦਾ ਕਿ ਸਨ 2018 ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਅਰਜ਼ੀ ਵੀ ਲਾਈ ਗਈ ਸੀ ਕਿ ਇਹਦੀ ਜਾਂਚ ਨੂੰ ਅੱਗੇ ਵਧਾਇਆ ਜਾਵੇ, ਤੇ ਸਨ 2019 ਦੇ ਵਿੱਚ ADGP ਰੈਂਕ ਦੇ ਈਸ਼ਵਰ ਸਿੰਘ ਨੇ ਇਸ ਦੀ ਜਾਂਚ ਵੀ ਕੀਤੀ ਸੀ। ਨਹੀਂ, ਉਸ ਤੋਂ ਪਹਿਲਾਂ ਸ਼ਾਇਦ ਰਣਬੀਰ ਸਿੰਘ ਖੱਟੜਾ ਵੱਲੋਂ ਵੀ ਇਹਦੀ ਜਾਂਚ ਅੱਗੇ ਵਧਾਈ ਗਈ ਸੀ। ਕੁਝ ਇਨਪੁਟਸ ਵੀ ਸੀਗੀਆਂ, ਉਦੋਂ ਰੌਲਾ ਵੀ ਪੈਂਦਾ ਰਿਹਾ, ਔਰ ਹੁਣ ਤੱਕ ਵੀ ਇਹ ਪੈਂਦਾ ਰਿਹਾ, ਕਿਸੇ ਡੇਰੇ ਵੱਲ ਉਂਗਲ ਵੀ ਉੱਠਦੀ ਰਹੀ ਜੀ। ਬਿਲਕੁਲ ਉਹਨਾਂ ਦੇ 3 ਵਿਅਕਤੀਆਂ ਦੇ ਉਹ ਸ਼ੱਕੀ ਜਿਹੜਾ ਸੀਗਾ, ਸ਼ੱਕ ਦੇ ਆਧਾਰ ਤੇ ਕੇਸ ਤੱਕ ਰਜਿਸਟਰ ਹੋਇਆ। ਇੱਥੋਂ ਤੱਕ ਵੀ ਪਤਾ ਲੱਗਾ ਕਿ ਜਿਹੜੀ ਕਾਰ ਵਰਤੀ ਗਈ ਹੈ, ਜੋ ਵੀ ਵਰਤੀ ਗਈ, ਉੱਥੇ ਪੇਂਟ ਕੀਤੀ ਗਈ। ਜਿਹੜੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸਿਸ ਹੁੰਦੀਆਂ, IEDs ਕਹਿੰਦੇ ਆ, ਕੱਲ ਵੀ ਇਸ ਚੀਜ਼ ਦਾ ਜ਼ਿਕਰ ਆ ਰਿਹਾ ਸੀ, ਉਹ ਉੱਥੇ ਬਣਾਈਆਂ ਗਈਆਂ। ਸੋ ਮੇਰਾ ਕਹਿਣ ਦਾ ਮਤਲਬ ਹੈ, ਜਦੋਂ ਇਹਨਾਂ ਨੂੰ ਸਮੇਂ ਸਿਰ ਨਹੀਂ ਅੱਗੇ ਲਿਆਂਦਾ ਜਾਂਦਾ, ਬਣਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਲੋਕਾਂ ਦੇ ਵਿੱਚ ਭਰੋਸਾ ਨਹੀਂ ਜਾਗਦਾ। ਇਹੀ ਗੱਲ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਦੇਖੋ ਜੀ, ਕੈਪਟਨ ਅਮਰਿੰਦਰ ਸਿੰਘ ਨੇ ਇਸ ਜਾਂਚ ਨੂੰ ਅੱਗੇ ਨਹੀਂ ਵਧਣ ਦਿੱਤਾ। ਸੋ ਮੇਰਾ ਕਹਿਣ ਦਾ ਅਲਟੀਮੇਟ ਮਤਲਬ ਇਹ ਹੈ ਕਿ ਪੋਲਿਟਿਕਸ ਨਾ ਕੀਤੀ ਜਾਵੇ, ਜਨਤਾ ਦਾ ਭਰੋਸਾ ਬਹਾਲ ਕੀਤਾ ਜਾਵੇ, ਤਾਂ ਕਿ ਜਿਹੜੇ ਅਸੀਂ ਇਹ ਬਹੁਤ ਹਾਰਡ ਅਰਨਡ ਪੀਸ ਜਿਹਨੂੰ ਅਸੀਂ ਕਹਿੰਦੇ ਆ, ਜਿਹੜਾ ਇੱਥੇ ਇੱਕ ਸ਼ਾਂਤੀ ਆਈ ਆ, ਅਸੀਂ ਬਹੁਤ ਮਾੜੇ ਦਿਨ ਸਾਰੇ ਪੰਜਾਬ ਨੇ ਦੇਖਿਆ, ਤੇ ਕੋਈ ਵੀ ਵਿਅਕਤੀ ਨਹੀਂ ਚਾਹੁੰਦਾ ਕਿ ਅਸੀਂ ਦੁਬਾਰਾ ਉਹਨਾਂ ਦਿਨਾਂ ਦਾ ਫੇਰ ਤੋਂ ਮੂੰਹ ਦੇਖੀਏ ਜੀ। ਤੁਸੀਂ ਗੱਲ ਕੀਤੀ ਸੁਖਬੀਰ ਸਿੰਘ ਬਾਦਲ ਦੀ। ਸੁਖਬੀਰ ਸਿੰਘ ਬਾਦਲ ਲਈ ਸਭ ਤੋਂ ਮੁਸ਼ਕਲ ਦੌਰ ਆ ਕਿ ਇਲੈਕਸ਼ਨ ਸਿਰ ਤੇ ਆ, ਔਰ ਉਹਨਾਂ ਦੇ ਨਾਲ, ਉਹਨਾਂ ਦੇ ਪਰਿਵਾਰ ਨਾਲ ਜੁੜਿਆ ਇੱਕ ਵਿਅਕਤੀ ਨਸ਼ੇ ਵਰਗੇ ਕੇਸ ਦੇ ਵਿੱਚ ਫੇਸ ਕਰ ਰਿਹਾ। ਹੁਣ ਸਵਾਲ ਇਹ ਹੈ ਕਿ ਇਸ ਔਖੇ ਵੇਲੇ ਸੁਖਬੀਰ ਸਿੰਘ ਬਾਦਲ ਦੀਆਂ 2-3 ਮੂਵ ਨੂੰ ਜੇ ਤੁਸੀਂ ਧਿਆਨ 'ਚ ਨਹੀਂ ਰੱਖੋਗੇ ਤਾਂ ਨਾ ਇਨਸਾਫੀ ਹੋਊਗੀ। ਪਹਿਲੀ ਗੱਲ ਤੇ ਉਹ ਇੱਕ ਨੈਰੇਟਿਵ ਸੈੱਟ ਕਰਨ ਦੇ ਯਤਨ 'ਚ ਨੇ, ਜਾਂ ਉਹਨਾਂ ਦਾ ਪਹਿਲਾ ਇੱਕ ਅੱਜ ਕੱਲ ਗੱਲ ਬਣ ਗਈ ਹਰ ਥਾਂ ਕਿ ਸਾਨੂੰ 3 ਸਰਕਾਰਾਂ ਨਾਲ ਲੜਨਾ ਪੈ ਰਿਹਾ, ਪੰਥ ਖਤਰੇ 'ਚ ਆ। ਇਹ ਗੱਲ ਅਸਿੱਧੇ ਰੂਪ 'ਚ ਅੱਗੇ ਵੱਧ ਰਹੀ ਆ ਕਿ 3 ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਨੂੰ ਢਾਉਣ ਲਈ ਕਾਲੀਆਂ ਨੇ। ਮਤਲਬ ਪੰਜਾਬ ਦੀ ਆਪਣੀ ਪਾਰਟੀ ਨੂੰ ਖਤਰਾ 3 ਸਰਕਾਰਾਂ ਤੋਂ ਆ, 3 ਹਾਕਮ ਜਮਾਤਾਂ ਤੋਂ। ਇਹ ਇੱਕ ਗੱਲ ਅੱਗੇ ਵਧਾਈ ਜਾ ਰਹੀ ਹੈ। ਲੇਕਿਨ ਜਿਹੜੀ ਗੱਲ ਬਿਕਰਮ ਸਿੰਘ ਮਜੀਠੀਏ ਨਾਲ ਸੰਬੰਧਿਤ ਹੈ, ਭਾਵੇਂ ਅੱਜ ਉਹਨਾਂ ਨੇ ਜ਼ਿਲ੍ਹਾ ਜਿਹੜੇ ਸਦਰ ਮੁਕਾਮ ਨੇ ਉਹਨਾਂ ਦੇ ਉੱਤੇ ਧਰਨੇ ਦੇਣੇ ਆ, ਪਰ ਕੱਲ ਦੀ ਕੋਰ ਕਮੇਟੀ ਇਸ ਪਾਸਿਓਂ ਚੁੱਪ ਰਹੀ। ਪ੍ਰਕਾਸ਼ ਸਿੰਘ ਬਾਦਲ ਉਹਦੇ 'ਚ ਸ਼ਾਮਲ ਹੁੰਦੇ ਆ, ਪੰਥਕ ਮੁੱਦਿਆਂ ਤੇ ਗੱਲਾਂ ਹੁੰਦੀਆਂ, ਬੜੇ ਅਹਿਮ ਨੁਕਤੇ ਕਹਿੰਦੇ ਉੱਥੇ ਵਿਚਾਰੇ ਗਏ ਕਿ ਕਿਸ ਤਰੀਕੇ ਨਾਲ ਸਿੱਖ ਰਾਜਨੀਤੀ ਨੂੰ ਮਰਨ ਤੋਂ ਬਚਾਇਆ ਜਾਵੇ, ਹਮਲਿਆਂ ਦਾ ਸਾਹਮਣਾ ਕੀਤਾ ਜਾਵੇ, ਭਾਵੇਂ ਉਹ ਭਾਰਤੀ ਜਨਤਾ ਪਾਰਟੀ ਦਾ ਹੋਵੇ, ਕਾਂਗਰਸ ਦਾ ਹੋਵੇ, ਜਾਂ ਆਮ ਆਦਮੀ ਪਾਰਟੀ ਦਾ। ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਹੋਏ ਕੇਸ ਖਿਲਾਫ ਨਿੰਦਾ ਮਤਾ ਵੀ ਨਹੀਂ, ਪ੍ਰਸਤਾਵ ਵੀ ਨਹੀਂ ਲਿਆਂਦਾ ਗਿਆ, ਕਿਉਂਕਿ ਇਹ ਸਾਰਾ ਕੁਝ ਉਹਨਾਂ ਦੇ ਮਿੰਟਸ ਸ਼ਾਮਲ ਹੁੰਦਾ, ਇਹ ਉਹਨਾਂ ਦੀ ਪ੍ਰੋਸੀਡਿੰਗ ਬੁੱਕ 'ਚ ਲਿਖਿਆ ਜਾਂਦਾ ਹੈ। ਜੋ ਵੀ ਕੱਲ ਕਹਿੰਦੇ ਇਸ ਮਾਮਲੇ 'ਚ ਚੁੱਪ ਧਾਰ ਲਈ ਗਈ। ਤੇ ਨਾਲ ਦੀ ਨਾਲ ਹੀ ਬੇਅਦਬੀ ਮਾਮਲਿਆਂ 'ਚ 2 ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ, ਅੰਮ੍ਰਿਤਸਰ ਸਾਹਿਬ 'ਚ ਵੱਡੀ ਇਕੱਤਰਤਾ, ਪੰਥਕ ਇਕੱਤਰਤਾ ਦੇ ਨਾਂ ਤੇ ਸੱਦੀ ਗਈ ਆ ਵਿਚਾਰਾਂ ਕਰਨ ਲਈ। ਇਹ ਮੂਵ ਜਿਹੜੀ ਆ
ਇਹ ਜਿਹੜੀ ਪੁਰਾਣੇ ਸਮਿਆਂ 'ਚ ਵੀ ਚੱਲਦੀ ਰਹੀ ਆ, ਲੇਕਿਨ ਇਹ ਥੋੜੀ ਧਾਰਦਾਰ ਹੋ ਗਈ ਹੈ। ਸੁਖਬੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ, ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਅੱਗੇ, ਕਿਉਂਕਿ ਰੌਲਾ ਤਾਂ ਇਹ ਵੀ ਪੈਂਦਾ, ਪਰਿਵਾਰਵਾਦ ਦਾ ਵੀ ਪੈਂਦਾ ਰਿਹਾ। ਜਦੋਂ ਬਿਕਰਮ ਮਜੀਠੀਆ ਦੀ ਪਾਵਰਫੁਲ ਇਮੇਜ ਦੀ ਗੱਲ ਹੁੰਦੀ ਰਹੀ ਹੈ, ਉਦੋਂ ਵੀ ਤਾਂ ਪਰਿਵਾਰ ਦੇ ਉੱਤੇ ਕਈ ਹਰਫ ਆਉਂਦੇ ਰਹੇ, ਤੇ ਅੱਜ ਉਹ ਜਿੱਦਾਂ ਅੱਗੇ ਵਧ ਰਹੇ, ਇਹਨੂੰ ਕਿਵੇਂ ਡਿਸਕ੍ਰਾਈਬ ਕਰੋਗੇ, ਇਹਨੂੰ ਕਿੰਨਾ ਲਫ਼ਜ਼ਾਂ ਦੇ ਵਿੱਚ ਅੱਗੇ ਵਧਾਓਗੇ ਗੱਲ ਨੂੰ? ਦੇਖੋ ਰੰਧਾਵਾ ਜੀ, ਤੁਸੀਂ ਕੱਲ ਸੁਖਬੀਰ ਸਿੰਘ ਬਾਦਲ ਹੋਣਾ ਦੀ ਬੋਡੀ ਲੈਂਗੁਏਜ ਦੇਖਣੀ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਉਹ ਬਿਲਕੁਲ ਆਸ਼ਵਸਤ ਹੋ ਗਏ ਆ, ਜਿਵੇਂ ਇੱਕ ਵਰਡ ਆਉਂਦਾ, ਜਾਂ ਉਹਨਾਂ ਨੂੰ ਇੱਕ ਬਹੁਤ ਜ਼ਿਆਦਾ ਉਹ ਕੌਨਫੀਡੈਂਟ ਹੋ ਗਏ ਆ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਆ ਕੇ ਨਾਲ ਬਹਿ ਗਏ ਆ। ਸਰਪ੍ਰਸਤ ਆ ਉਹਨਾਂ ਦੇ, 5 ਵਾਰੀ ਦੀ ਮੁੱਖ ਮੰਤਰੀ ਆ ਉਹ, ਤੇ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਚੋਂ ਜਿਵੇਂ ਇੱਕ ਸੰਕਟ ਮੋਚਨ ਹੁੰਦਾ, ਉਹਨਾਂ ਨੂੰ ਕੱਢ ਕੇ ਲੈ ਜਾਣਗੇ। ਇਹ ਬੜੀ ਵੱਡੀ ਗੱਲ ਹੁੰਦੀ ਆ। ਬੜਾ ਨਾਪ ਤੋਲ ਕੇ ਪ੍ਰਕਾਸ਼ ਸਿੰਘ ਬਾਦਲ ਹੋਣਾ ਬਾਰੇ ਇਹ ਜਾਣਿਆ ਜਾਂਦਾ ਕਿ ਉਹ ਬੋਲਦੇ ਆ। ਹੁਣ ਜਿਹੜਾ 2 ਤਰੀਕ ਨੂੰ 2 ਜਨਵਰੀ ਨੂੰ ਉਹ ਇਕੱਠ ਕਰ ਰਹੇ ਆ, ਰੋਸ਼ ਇਕੱਠ ਉਹ ਕਹਿੰਦੇ ਆ, ਪੰਥ ਦਾ ਰੋਸ਼ ਇਕੱਠ ਆ ਇਸ ਦਾ, ਕਿ ਅਸੀਂ ਬੇਅਦਬੀ ਦੇ ਮਾਮਲੇ ਹੋਣ ਜਾਂ ਜਿੰਨੇ ਵੀ ਧਾਰਮਿਕ ਮਾਮਲੇ ਹੋਣ, ਜੋ ਪੰਥ ਤੇ ਭੀੜਾਂ ਪਈਆਂ ਨੇ ਜਾਂ ਉਹਨਾਂ ਦੇ ਅਨੁਸਾਰ, ਜਾਂ ਆਉਣ ਵਾਲੇ ਦਿਨਾਂ ਤੇ ਜੋ ਪੰਥ ਦੇ ਖਤਰੇ ਆ, ਉਸ ਚੀਜ਼ ਨੂੰ ਉਹ ਉਜਾਗਰ ਕਰਨਗੇ 2 ਦਿਨ ਦੇ। ਦਰਅਸਲ ਇਹ ਇੱਕ ਤਰ੍ਹਾਂ ਦਾ ਸ਼ੋਅ ਆਫ ਸਟਰੈਂਥ ਹੋਏਗਾ ਅਕਾਲੀ ਦਲ ਦਾ, ਸ਼੍ਰੋਮਣੀ ਅਕਾਲੀ ਦਲ ਦਾ, ਤੇ ਉਹਨਾਂ ਸਾਰੀਆਂ ਪੰਥਕ ਫੋਰਸਿਸ ਦਾ ਜਿਹੜੀਆਂ ਇਹਨਾਂ ਦੇ ਨਾਲ, ਇਸ ਪਾਰਟੀ ਦੇ ਨਾਲ ਵੀ ਸਹਿਮਤ ਆ। ਹੁਣ ਇਸ ਜ਼ਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਰਾਜਨੀਤੀ ਸਾਧਨ ਦੀ ਵੀ ਕੋਸ਼ਿਸ਼ ਆ। ਇਸ ਨੂੰ ਵੀ ਆਪਾਂ ਧਿਆਨ 'ਚ ਦੇਖੋ, ਕਿਉਂਕਿ ਹਜੇ ਤੱਕ ਜਿਹੜੇ ਇਕੱਠ ਹੋਏ ਆ, ਪੋਲੀਟੀਕਲ ਇਕੱਠ ਹੋਏ ਆ, ਜੇ ਆਪਾਂ ਪੁਰਾਣੀ 14 ਦਸੰਬਰ ਦੀ ਰੈਲੀ ਵੀ ਲੈ ਲਈਏ, ਤੇ ਉਸ ਵਕਤ ਆਪਾਂ ਨੂੰ ਸਾਰਿਆਂ ਨੂੰ ਪਤਾ ਸੀਗਾ, ਜਿਹੜੀ ਕਿਲੀ ਚਾਲਾਂ ਦੇ ਵਿੱਚ ਹੋਈ ਸੀ, ਕਿ ਜਿਹੜਾ ਸੁਨੇਹਾ ਦੇਣਾ ਚਾਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ, ਸ਼ਾਇਦ ਉਹ ਗਿਆ ਨਹੀਂ। ਹੁਣ ਮਾਹੌਲ ਜਿਹੜਾ ਉਹ ਲਗਭਗ ਜਿਹੜਾ ਬਿਲਕੁਲ ਬਦਲ ਗਿਆ, ਚਾਹੇ ਉਹ ਬੇਅਦਬੀ ਦੀਆਂ ਘਟਨਾਵਾਂ ਹੋਣ, ਚਾਹੇ ਉਹ ਲੁਧਿਆਣੇ ਦਾ ਬੰਬ ਬਲਾਸਟ ਹੋਵੇ। ਇਸ ਤਰ੍ਹਾਂ ਲੱਗ ਰਿਹਾ ਕਿ ਇੱਕ ਅਫਰਾ ਤਫਰੀ ਦਾ ਮਾਹੌਲ ਆ। ਸੋ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਦਾ ਕਿ ਇਸ ਵੇਲੇ ਪੰਥ ਦੀਆਂ ਉਹ ਸਾਰੀਆਂ ਤਾਕਤਾਂ ਨੂੰ ਇਕੱਠਾ ਕਰਨਾ ਬਹੁਤ ਜ਼ਰੂਰੀ ਆ। ਤੇ ਜਿਵੇਂ ਉਹ ਕਹਿੰਦੇ ਆ ਕਿ ਅਸੀਂ ਮੀਰੀ ਪੀਰੀ ਦੀ ਜਿਹੜੀ ਹੈ ਇਹ ਸਿਧਾਂਤ ਤੇ ਅਸੀਂ ਆਪਣੀ ਰਾਜਨੀਤੀ ਕਰਦੇ ਆ, ਤੇ ਉਹਨੂੰ ਲੱਗਦਾ ਕਿ ਰਾਜਨੀਤੀ ਵੀ ਸਾਡੀ ਇਸੇ ਚੋਂ ਨਿਕਲਣੀ ਆ। ਸੋ ਇਸ ਚੀਜ਼ ਨੂੰ ਸਾਧ ਕੇ, ਔਰ ਤੁਸੀਂ ਦੇਖੋ, ਮੈਂ ਰੰਧਾਵਾ ਜੀ, ਜੇ ਤੁਸੀਂ ਮੈਨੂੰ 1 ਮਿੰਟ ਹੋਰ ਦਿਓ, ਪੂਰੇ ਭਾਰਤ ਦੇ ਵਿੱਚ ਇੱਕ ਮਾਹੌਲ ਬਣ ਰਿਹਾ। ਮੈਂ ਇੱਥੇ ਤੁਹਾਨੂੰ ਦੱਸੂਗਾ ਕਿ ਇੱਕ ਜਿਹੜਾ ਧਰਮ ਦਾ ਮਾਹੌਲ ਬਣ ਰਿਹਾ, ਪਿਛਲੇ ਦਿਨਾਂ ਦੇ ਵਿੱਚ ਹਰਿਦੁਆਰ ਦੇ ਵਿੱਚ ਵੀ ਇੱਕ ਧਰਮ ਸੰਸਦ ਹੁੰਦੀ ਆ 17, 18 ਤੇ 19 ਦਸੰਬਰ ਨੂੰ। ਉੱਥੇ ਵੀ ਕੁਝ ਜਿਹੜੀਆਂ ਤਾਕਤਾਂ ਇਕੱਠੀਆਂ ਹੋ ਕੇ ਉਹ ਨਾਅਰੇ ਲਾਉਂਦੀਆਂ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਹੁਣ ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਗੱਲ ਆਉਂਦੀ ਆ ਕਿ ਇੰਨਾ ਓਪਨਲੀ ਸੰਵਿਧਾਨ ਨੂੰ ਵੰਗਾਰ ਰਹੇ ਆ ਸਾਰਾ ਕੁਝ। ਸੋ ਓਵਰਆਲ ਨਾਲ ਦੀ ਨਾਲ ਸਾਡੇ ਇੱਥੇ ਬੰਬ ਬਲਾਸਟ ਹੁੰਦਾ, ਨਾਲ ਦੀ ਨਾਲ ਸਾਡੇ ਇੱਥੇ ਬੇਅਦਬੀ ਦੇ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ। ਸੋ ਇਸ ਕਰਕੇ ਪੋਲੀਟੀਕਲ ਪਾਰਟੀਆਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਆ। ਜੋ ਉਹ ਬੋਲਦੇ ਆ, ਬੜਾ ਨਾਪ ਤੋਲ ਕੇ ਬੋਲਣ ਦੀ ਜ਼ਰੂਰਤ ਆ, ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਚਿੰਗਾਰੀ ਜੇ ਭੜਕੇਗੀ ਕਿਤੇ ਨਾ ਕਿਤੇ ਪੰਜਾਬ ਦੇ ਮਾਹੌਲ ਨੂੰ। ਹਾਲਾਂਕਿ ਮੈਂ ਇਹ ਵੀ ਮੰਨਦਾ ਕਿ ਜਿਹੜੇ ਪੰਜਾਬ ਦੇ ਲੋਕ ਆ ਰੰਧਾਵਾ ਜੀ, ਮੈਨੂੰ ਲੱਗਦਾ ਬਹੁਤ ਸਿਆਣੇ ਨੇ, ਬਹੁਤ ਇਹੋ ਜਿਹੀਆਂ ਥਾਵਾਂ ਤੋਂ ਉਹ ਇਸ ਤਰ੍ਹਾਂ ਦੇ ਹਾਲਾਤਾਂ ਚੋਂ ਲੰਘ ਚੁੱਕੇ ਆ। ਚਾਹੇ 1947 ਲੈ ਲਓ, 1984 ਲੈ ਲਓ, ਉਸ ਤੋਂ ਬਾਅਦ ਦਾ ਜਿਹੜਾ ਲਗਾਤਾਰ 15-20 ਸਾਲ ਇੱਥੇ ਮਾਹੌਲ ਰਿਹਾ, ਉਸ ਮਾਹੌਲ ਨੂੰ ਰਹੋ। ਭਾਈਚਾਰੇ ਨੇ ਕਦੇ ਵੀ ਇੱਕ ਦੂਸਰੇ ਦਾ ਸਾਥ ਨਹੀਂ ਛੱਡਿਆ। ਸੋ ਇਸ ਵੇਲੇ ਵੀ ਉਸ ਭਾਈਚਾਰੇ ਨੂੰ ਮੇਨਟੇਨ ਕਰਨ ਦੀ ਬਹੁਤ ਜ਼ਰੂਰਤ ਹੈ ਜੀ। ਮਨਪ੍ਰੀਤ ਜੀ, ਇਹ ਐਸਾ ਮੌਕਾ ਹੈ ਜਦੋਂ ਕਿਸੇ ਤੇ ਵੀ ਸਿੱਧੇ ਦੋਸ਼ ਲਾਉਣੇ ਜਾਂ ਕਿਸੇ ਨੂੰ ਵੀ ਕਟਹਿਰੇ 'ਚ ਖੜਾ ਕਰਨਾ, ਮੇਰੇ ਖਿਆਲ ਨਾ ਵਾਜਬ ਹੋਊਗਾ ਕਿਸੇ ਵੀ ਸਿਆਸੀ ਧਿਰ ਲਈ ਜਾਂ ਕਿਸੇ ਵੀ ਮੰਚ ਲਈ। ਮੈਨੂੰ ਇੰਝ ਲੱਗਦਾ ਹੈ ਕਿ ਇਹ ਐਸੀ ਗੈਰ ਜ਼ਿੰਮੇਵਾਰਾਨਾ ਚੀਜ਼ ਹੈ ਕਿ ਕੋਈ ਵੀ ਸੈਂਸੀਬਲ ਧਿਰ ਐਸੀਆਂ ਚੀਜ਼ਾਂ ਬਾਰੇ ਸੋਚ ਵੀ ਨਹੀਂ ਸਕਦੀ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ, ਭਾਵੇਂ ਉਹ ਬੇਅਦਬੀ ਹੋਵੇ ਜਾਂ ਅੱਤਵਾਦ ਵਰਗੀ ਕੋਈ ਘਟਨਾ ਹੋਵੇ। ਕੋਈ ਵੀ ਧਿਰ ਜਿਹੜੀ ਸਿਆਸਤ ਕਰਦੀ ਹੈ ਜਾਂ ਜਿਹੜੀ ਸਮਾਜਿਕ ਤੌਰ ਤੇ ਚੇਤਨ ਆ, ਆਪਸੀ ਵਿਰੋਧ ਤਾਂ ਬਹੁਤ ਰਹਿੰਦੇ ਆ, ਲੇਕਿਨ ਕਿਸੇ ਦੂਜੇ ਨੂੰ ਸਥਿਰ ਕਰਨ ਲਈ ਕੋਈ ਦੂਜਾ ਇਸ ਤਰ੍ਹਾਂ ਕਰ ਨਹੀਂ ਸਕਦਾ ਜਿਹੜੇ ਪਬਲਿਕ ਲਾਈਫ 'ਚ ਹੈਗੇ ਆ। ਨੋ ਡਾਊਟ ਇਹ ਉਹ ਅਨਸਰ ਨੇ ਜਿਹੜੇ ਜ਼ਿੰਦਗੀ ਤੋਂ ਦੂਰ ਜਾ ਚੁੱਕੇ ਆ। ਉਹਨਾਂ ਨੂੰ ਉਹਨਾਂ ਦੀ ਨਿਸ਼ਾਨਦੇਹੀ ਬੜੀ ਜ਼ਰੂਰੀ ਆ। ਉਹ ਮੌਕੇ ਦੀ ਨਜਾਕਤ ਨੂੰ ਵੇਖਦੇ ਆ। ਜਦੋਂ ਸਭ ਤੋਂ ਵੱਧ ਲੜਾਈ ਪਈ ਹੁੰਦੀ ਆ, ਸਭ ਤੋਂ ਜ਼ਿਆਦਾ ਅਫਰਾ ਤਫਰੀ ਹੁੰਦੀ ਆ, ਉਹ ਆਪਣੀ ਗੱਲ ਅੱਗੇ ਵਧਾ ਜਾਂਦੇ ਆ। ਲੋਕਾਂ ਦੇ ਵਿੱਚ ਇੱਕ ਡਰ, ਇੱਕ ਸਹਿਮ ਦਾ ਮਾਹੌਲ ਉਹਨਾਂ ਨੂੰ ਵਾਰਾ ਖਾਂਦਾ, ਔਰ ਫਿਰ ਅਸੀਂ ਕਾਹਲੀ ਦੇ ਵਿੱਚ ਇੱਕ ਦੂਜੇ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੰਦੇ, ਜਿਵੇਂ ਸਿਆਸੀ ਪਾਰਟੀਆਂ ਦੇ ਆਗੂ ਕਰਦੇ ਆ। ਹੋਣਾ ਨਹੀਂ ਚਾਹੀਦਾ ਇਹ ਕੰਮ। ਤੁਸੀਂ ਠੀਕ ਕਿਹਾ ਕਿ ਅਮਨ ਕਾਨੂੰਨ ਨਾਲ ਸੰਬੰਧਿਤ ਹੈ, ਫੋਰਸਸ ਦਾ ਕੰਮ ਹੈ, ਔਰ ਸਮਾਜ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ, ਜਿਹੜੀਆਂ ਚੁਣ ਕੇ ਸਰਕਾਰਾਂ ਇਸ ਸਿਸਟਮ ਨੂੰ ਚਲਾ ਰਹੀਆਂ ਹੁੰਦੀਆਂ। ਹੁਣ ਮੈਂ ਆਖਰ ਦੇ ਵਿੱਚ ਇਸ ਗੱਲ ਤੇ ਆਉਣਾ ਹੈ ਕਿ ਸਾਡੇ ਬਹੁਤ ਸਾਰੇ ਲੀਡਰ ਕਾਂਗਰਸ ਦੇ,
ਪੰਜਾਬ ਦੇ ਕਾਂਗਰਸ ਦੇ ਲੀਡਰ ਜਿਹੜੇ ਆ ਉਹਨਾਂ ਦੇ ਮਨ 'ਚ ਪਲਦਾ ਸੀ ਵੀ ਐਤਕੀ 2-2 ਲੜਨੀਆਂ ਨੇ, ਮਾਹੌਲ ਚੰਗਾ ਹੈ, 2-2 ਲੜਨੀਆਂ, ਅੰਦਰ ਲੜਾਈ ਪਈ ਹੋਈ ਆ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੰਦੇ ਚਾਹੀਦੇ ਆ, ਬੀਜੇਪੀ ਵੀ ਸਿੱਧੀ ਹੋ ਕੇ ਲੱਗੀ ਹੋਈ ਹੈ ਕਿ ਭਾਈ ਜੇ ਇੱਥੇ ਦਾਲ ਨਹੀਂ ਗਲਦੀ ਸਾਡੇ ਵੱਲ ਆ ਜਾਓ। ਤੇ ਉਹ ਐਤਕੀ ਧੌਣ ਤੇ ਗੋਡਾ ਰੱਖਣ ਦੇ ਮੂਡ 'ਚ ਸੀਗੇ ਵੱਡੇ ਲੀਡਰ। ਹੁਣ ਤੁਸੀਂ ਸਮਝੀ ਗਏ ਵੀ 2 ਟਿਕਟਾਂ ਇੱਕ ਪੁੱਤ ਨੂੰ ਦਿਓ ਜਾਂ ਧੀ ਨੂੰ ਦਿਓ, ਇੱਕ ਮੈਨੂੰ ਦਿਓ, ਲੇਕਿਨ ਉਤਲੇ ਬੰਨੇ ਲੀਕ ਵੱਜ ਗਈ ਨਾ, ਇੱਕ ਪਰਿਵਾਰ 'ਚ ਇੱਕ ਟਿਕਟ। ਫਿਰ ਇਹ ਮਰੇ ਸੁਪਨਿਆਂ ਨੂੰ ਕਿਹੜੇ ਜਗ੍ਹਾ ਰੱਖੋਗੇ ਜਾ ਕੇ? ਇਹਨਾਂ ਦਾ ਮਰਸੀਆ ਕੌਣ ਪੜੂਗਾ? ਇਹਨਾਂ ਨੂੰ ਮੋਢਾ ਕਿਹੜਾ ਮਿਲੂਗਾ ਰੋਣ ਲਈ? ਕੀ ਕਹਿੰਦੇ ਹੋ? ਰੰਧਾਵਾ ਜੀ, ਅਸੀਂ ਅਰਵਿੰਦ ਕੇਜਰੀਵਾਲ ਹੋਣਾ ਦੀ ਬਹੁਤ ਆਲੋਚਨਾ ਕਰਦੇ ਹਾਂ ਕਈ ਮਾਮਲਿਆਂ ਦੇ ਵਿੱਚ, ਲੇਕਿਨ ਪਰਿਵਾਰਵਾਦ ਦੇ ਖਿਲਾਫ ਜਾਂ ਟਿਕਟਾਂ ਉਹਨਾਂ ਨੂੰ ਨਾ ਦੇਣੀਆਂ ਇੱਕ ਪਰਿਵਾਰ ਚੋਂ, ਇੱਕ ਪਿਰਤ ਵੀ ਉਹਨਾਂ ਨੇ ਪਾਈ ਆ। ਇਸ ਗੱਲ ਦੀ ਉਹਨਾਂ ਦੀ ਕਈ ਜਗ੍ਹਾ ਤੇ ਸ਼ਲਾਘਾ ਵੀ ਹੁੰਦੀ ਆ, ਕਿਉਂਕਿ ਜਦੋਂ ਉਹ ਕਹਿੰਦੇ ਸੀ ਵੀ ਕਿਸੇ ਵੀ ਪਰਿਵਾਰ ਨੂੰ ਇੱਕ ਪਰਿਵਾਰ ਚੋਂ 2 ਟਿਕਟਾਂ ਨਹੀਂ ਮਿਲਣੀਆਂ ਚਾਹੀਦੀਆਂ, ਤੇ ਇਹ ਜਿਹੜੀ ਕਵਾਇਦ ਸੀ ਜਾਂ ਕੋਸ਼ਿਸ਼ ਸੀ ਸੰਨ 2017 ਤੋਂ ਹੌਲੀ-ਹੌਲੀ ਸ਼ੁਰੂ ਹੋ ਗਈ ਸੀ। ਤੇ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਉਹ ਚਾਹੁੰਦੀ ਸੀ ਕਿ ਸਾਰੇ ਪਾਸੇ, ਸਾਰੇ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਦੀ ਪਿਰਤ ਪਵੇ, ਜਿਹੜਾ ਪਰਿਵਾਰਵਾਦ ਦਾ ਉਹਨਾਂ ਤੇ ਅਕਸਰ ਉਹਨਾਂ ਦੀ ਆਲੋਚਨਾ ਹੁੰਦੀ ਹੈ ਜਾਂ ਦੋਸ਼ ਲੱਗਦੇ ਆ, ਉਹ ਉਹਨਾਂ ਤੇ ਨਾ ਲੱਗਣ। ਹੁਣ ਆ ਜਾਂਦੇ ਆਪਾਂ ਪੰਜਾਬ ਦੇ ਉੱਤੇ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਬਹੁਤ ਸਾਰੇ ਲੋਕਾਂ ਦੇ ਸੁਪਨੇ ਮਰ ਗਏ ਹੋਣੇ ਆ, ਜਾਂ ਜਿਸ ਤਰ੍ਹਾਂ ਦੇ ਉਹਨਾਂ ਨੇ ਸੁਪਨੇ ਪਾਲ ਲਏ ਸੀ ਉਹ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਪੂਰੇ ਨਹੀਂ ਹੋਣੇ। ਵੈਸੇ ਵੀ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਸਿਆਸੀ ਨੇਤਾਵਾਂ ਨੂੰ ਇਹ ਲੱਗਣਾ ਚਾਹੀਦਾ ਕਿ ਕਿਸੇ ਵੀ ਹਲਕੇ ਦੀ ਟਿਕਟ ਤੇ ਉਹਨਾਂ ਦੇ ਪਰਿਵਾਰ ਦਾ ਜਨਮ ਸਿੱਧ ਅਧਿਕਾਰ ਆ। ਇਹ ਹੋਣਾ ਵੀ ਨਹੀਂ ਚਾਹੀਦਾ, ਕਿਉਂਕਿ ਜੇ ਮੰਨ ਲਓ ਕੋਈ ਪਿਓ ਜਿਹੜਾ ਹੈ ਉਹ ਕਾਬਿਲ ਆ, ਉਹਨੂੰ ਚੁਣੋ। ਜੇ ਉਹਦਾ ਮੁੰਡਾ ਹੈਗਾ ਕਾਬਿਲ, ਉਹਨੂੰ ਚੁਣੋ। ਜੇ ਸਿਰਫ ਇਸ ਕਰਕੇ ਆਪਾਂ ਇਹਨਾਂ ਨੂੰ ਵੋਟਾਂ ਦੇਵਾਂਗੇ ਕਿ ਇਹ ਤਾਂ ਇਹਨਾਂ ਦੇ ਪਰਿਵਾਰਾਂ ਦੇ ਪਰਿਵਾਰ, ਤੇ ਜੇ ਇਹ ਰੁੱਸ ਕੇ ਬਹਿ ਜਾਣਗੇ ਤੇ ਵਾਕਿਆ ਇਹਨਾਂ ਨੂੰ ਰੁੱਸਣ ਦੇਣਾ ਚਾਹੀਦਾ। ਆਪਾਂ ਲੋਕ ਕਈ ਵਾਰੀ ਇਹਨਾਂ ਨੂੰ ਐਵੇਂ ਵਰਾਉਣ ਲੱਗ ਜਾਂਦੇ ਆ, ਜਿੰਨੀ ਦੇਰ ਤੱਕ ਅਸੀਂ ਇਹਨਾਂ ਲੋਕਾਂ ਦੀ ਅਕਾਊਂਟੇਬਿਲਿਟੀ ਤੈਅ ਨਹੀਂ ਕਰਦੇ, ਇਹਨਾਂ ਨੂੰ ਉਸ ਪੈਮਾਨਿਆਂ ਤੇ ਨਹੀਂ ਤੋਲਦੇ, ਇਸੇ ਕਰਕੇ ਇਹਨਾਂ ਨੂੰ ਲੱਗਦਾ ਕਿ ਜਨਤਾ ਨੇ ਕਿਹੜਾ ਬੋਲਣਾ। ਇਹ ਤਾਂ ਸਾਨੂੰ ਸਿਰ ਅੱਖਾਂ ਤੇ ਬਿਠਾਉਂਦੇ ਆ, ਸਾਨੂੰ ਆਪਣੇ ਮੋਢਿਆਂ ਤੇ ਚੱਕਦੇ ਆ, ਸਾਡੀ ਇੰਨੀ ਤਾਰੀਫਾਂ ਕਰਦੇ, ਇਹ ਤਾਂ ਬੋਲਣਗੇ ਨਹੀਂ ਕਦੇ। ਸਾਨੂੰ ਵੀ ਬੋਲਣਾ ਪੈਣਾ ਕਿ ਭਾਈ ਠੀਕ ਆ, ਇਹ ਨਹੀਂ ਹੈਗਾ ਕਿ ਡਿਪਟੀ ਕਮਿਸ਼ਨਰ ਦਾ ਮੁੰਡਾ ਡਿਪਟੀ ਕਮਿਸ਼ਨਰ ਲੱਗੂਗਾ ਜਾਂ ਐਸਐਸਪੀ ਦਾ ਮੁੰਡਾ, ਉਹਨੂੰ ਵੀ ਕੋਈ ਟੈਸਟ ਪਾਸ ਕਰਨੇ ਪੈਂਦੇ ਆ। ਲੇਕਿਨ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ, ਕਿਉਂਕਿ ਮੌਕੇ ਮਿਲ ਜਾਂਦੇ ਆ। ਆਮ ਤੌਰ ਤੇ ਤੁਸੀਂ ਦੇਖੋ, ਸਿਆਸਤਦਾਨ ਕਹਿਣਗੇ ਦੇਖੋ ਜੀ ਉਹ ਜਿੱਤ ਕੇ ਆਉਂਦੇ ਆ, ਜਿੱਤ ਕੇ ਉਹ ਇਸ ਕਰਕੇ ਆਉਂਦੇ ਕਿਉਂਕਿ ਤੁਸੀਂ ਉਹਨਾਂ ਨੂੰ ਟਿਕਟਾਂ ਹੱਥ ਫੜਾ ਦਿੰਦੇ ਹੋ, ਬੈਠੇ ਬਿਠਾਇਆ ਨੂੰ ਫੜਾ ਦਿੰਦੇ ਹੋ। ਜੇ ਕਿਸੇ ਤੁਸੀਂ ਹੋਰ ਨੂੰ ਟਿਕਟ ਦਿਓ, ਸ਼ਾਇਦ ਉਹ ਵੀ ਇਸ ਸਥਿਤੀ ਚ ਆ ਜੇ। ਤੁਸੀਂ ਬਰਾਬਰ ਦੇ ਮੌਕੇ ਨਹੀਂ ਪੈਦਾ ਕਰਦੇ। ਲੇਕਿਨ ਇਹ ਗੱਲ ਬਿਲਕੁਲ ਤੁਹਾਡੀ ਠੀਕ ਆ, ਜੇ ਕਾਂਗਰਸ ਦੇ ਕਈ ਲੋਕਾਂ ਦਾ, ਤੁਸੀਂ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਇਹ ਸਾਰੇ, ਈਵਨ ਪ੍ਰਤਾਪ ਸਿੰਘ ਬਾਜਵਾ ਜਾਂ ਹੋਰ ਕਈ ਵਿਅਕਤੀ ਜਿਹੜੇ ਆ ਇਸ ਲਿਸਟ ਚ ਆਉਣਗੇ। ਲੇਕਿਨ ਇਹ ਗੱਲ ਬਿਲਕੁਲ ਤੁਹਾਡੀ ਠੀਕ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈਆਂ ਦੇ ਸੁਪਨੇ ਮਰਨਗੇ, ਔਰ ਇਹ ਗੱਲ ਹੋਏਗੀ ਕਿ ਵਿਆਪਕ ਤੌਰ ਤੇ ਜਿਹੜੇ ਲੋਕ ਆ, ਹੋਰ ਜਿਹੜੇ ਆਮ ਲੋਕ ਆ, ਉਸ ਪਾਰਟੀ ਦੇ ਵਿੱਚ ਜਾਂ ਸੱਤਾ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਆ ਸਕਣ। ਕੱਲ ਮੈਨੂੰ ਇੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਯਾਦ ਆਉਂਦੀ ਆ, ਉਹ ਕਹਿੰਦੇ ਸਾਰਿਆਂ ਨੂੰ ਸਾਨੂੰ ਸਿਆਸੀ ਬਣਨਾ ਪੈਣਾ। ਹੁਣ ਇਹ ਜ਼ਿਆਦਾ ਵਿਆਖਿਆ ਤਾਂ ਉਹੀ ਕਰ ਸਕਦੇ ਆ। ਜੀ ਰੰਧਾਵਾ ਜੀ। ਨਹੀਂ, ਠੀਕ ਹੈ ਤੁਹਾਡੀ ਗੱਲ। ਸੁਣਿਆ ਨਵਜੋਤ ਸਿੰਘ ਸਿੱਧੂ ਨੇ ਬੜੀ ਪੈਰਵਾਈ ਕੀਤੀ ਇਸ ਗੱਲ ਦੀ ਕਿ ਇੱਕ ਪਰਿਵਾਰ 'ਚ ਇੱਕ ਹੀ ਟਿਕਟ ਦੇਣੀ ਚਾਹੀਦੀ ਹੈ। ਪਤਾ ਨਹੀਂ ਉਹਨਾਂ ਨਾਲ ਘਰ ਰਾਤੀ ਕੀ ਗੁਜ਼ਰੀ ਹੋਣੀ ਹੈ ਵਾਪਸ ਗਿਆ ਨਾਲ, ਕਿਉਂਕਿ ਉਹ ਵੀ ਉਹਨਾਂ ਦੇ ਸ਼ਰੀਕੇ ਹਯਾਤ ਨਵਜੋਤ ਕੌਰ ਸਿੱਧੂ ਵੀ ਡਾਕਟਰ ਸਾਹਿਬਾ, ਉਹਨਾਂ ਦੀ ਨੌਕਰੀ ਛਡਾ ਕੇ ਸਿਆਸਤ ਵਿੱਚ ਲਿਆਂਦਾ ਸੀ, ਤੇ ਹੁਣ ਜਦੋਂ ਆਪ ਆ ਗਏ ਤੇ ਉਹਨੂੰ ਘਰ ਬਿਠਾਤਾ। ਬੀਬੀ ਤਾਂ ਲੜਨਾ ਤਾਂ ਬਣਦਾ ਹੀ ਆ, ਖੈਰ ਲੜਾਈਆਂ ਤਾਂ ਝੇਲ ਹੀ ਲੈਂਦੇ ਆ ਪੋਲੀਟੀਸ਼ੀਅਨ ਘਰਾਂ ਦੀਆਂ। ਪਰ ਉਂਝ ਇਹ ਸੱਚੀ ਗੱਲ ਆ, ਤੁਹਾਡੀ ਗੱਲ ਠੀਕ ਹੈ। ਹੁਣ ਦੂਜਾ ਪਹਿਲੂ ਇਹ ਵੀ ਹੈ ਕਿ ਕੇਜਰੀਵਾਲ ਜੇ ਨਵੇਂ ਨੇ, ਅਜੇ ਤਾਂ ਉਹਨਾਂ ਕੋਲ ਬੰਦੇ ਵੀ ਨਵੇਂ ਆ, ਬਹੁਤੇ ਜਵਾਨ ਚਿਹਰੇ ਆ, ਅਜੇ ਉਹਨਾਂ ਦੇ ਪੁੱਤ ਧੀਆਂ ਜਵਾਨ ਨਹੀਂ ਹੋਏ। ਉਹਦੀ ਸਿਆਸਤ ਨੂੰ ਜਵਾਨ ਹੋ ਲੈਣ ਦੀਏ ਕੇਜਰੀਵਾਲ ਦੀ ਨੂੰ, ਫੇਰ ਪੁੱਛਾਂਗੇ ਕਿਹੜੇ ਭਾਵਿਕ ਦੀ ਹੈ, ਕਿਉਂਕਿ ਕੇਜਰੀਵਾਲ ਸਾਹਿਬ ਨੇ ਵੀ ਸਮਝੌਤੇ ਤੇ ਬਹੁਤ ਕੀਤੇ ਆ। ਇੱਥੇ ਦੁੱਧ ਧੋਤਾ ਕੋਈ ਨਹੀਂ, ਕਿਸੇ ਨੂੰ ਕਲੀਨ ਚਿੱਟ ਦੇਣੀ, ਕਿਸੇ ਦੇ ਮੋਢੇ ਤੇ ਹੱਥ ਰੱਖ ਕੇ ਸ਼ਾਬਾਸ਼ ਦੇ ਦੇਣੀ, ਅਗਲੇ ਦਿਨ ਕਿਸੇ ਵੇਲੇ ਵਾਪਸ ਵੀ ਲੈਣੀ ਪੈਂਦੀ ਆ। ਇਹ ਸਾਡਾ ਵੈਸੇ ਨਾ ਮਨਪ੍ਰੀਤ ਜੀ, ਇਹ ਪ੍ਰੋਫੈਸ਼ਨ ਥੈਂਕਲੈਸ ਜਿਹਾ ਹੈਗਾ। ਮੈਨੂੰ ਲੱਗਦਾ ਸਾਡਾ ਕੋਈ ਸੱਜਣ ਨਹੀਂ ਹੁੰਦਾ, ਸਾਡਾ ਕੋਈ ਦੁਸ਼ਮਣ ਤਾਂ ਚਲੋ ਆਟੋਮੈਟਿਕਲੀ ਲੋਕ ਜਿਹਦੇ ਸੰਬੰਧੀ ਗੱਲ ਹੋ ਜਾਂਦੀ ਆ, 2 ਸ਼ਬਦ ਚੰਗੇ ਇੱਕ ਮਾੜਾ ਤਾਂ ਵੀ ਅਗਲਾ ਗੁੱਸੇ, ਲੇਕਿਨ ਕਰਨਾ ਤਾਂ ਪੈਂਦਾ ਹੈ, ਇਹ ਕਰਨਾ ਹੀ ਪਊਗਾ। ਅਸੀਂ ਕੋਈ ਰਿਸ਼ਤੇ ਬਣਾਉਣ ਲਈ ਤਾਂ ਬੈਠੇ ਨਹੀਂ। ਆਲੋਚਨਾ ਸੈਣੀ ਬਣਦੀ ਆ, ਵੱਡੇ ਹੋਣਾ ਚਾਹੀਦਾ ਪੋਲੀਟੀਸ਼ੀਅਨਸ ਨੂੰ, ਔਰ ਆਲੋਚਨਾ ਤੋਂ ਬਿਨਾਂ ਮੇਰਾ ਖਿਆਲ ਕੋਈ ਬੰਦਾ ਵੀ ਨਹੀਂ ਬਣਦਾ। ਸਿਆਸਤਦਾਨ ਤਾਂ ਕੀ ਬਣਨਾ ਹੈ। ਜਿਹੜੇ ਪੁਰਾਣੇ ਪੋਲੀਟੀਸ਼ੀਅਨ ਸੀਗੇ, ਪ੍ਰਤਾਪ ਸਿੰਘ ਕੈਰੋਂ ਵਰਗੇ, ਗਿਆਨੀ ਜੈਲ ਸਿੰਘ ਵਰਗੇ, ਬੜੀਆਂ ਵਸੰਗਤੀਆਂ ਹੋਣਗੀਆਂ, ਲੋਕ ਕਈ ਮਾਮਲਿਆਂ 'ਚ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਦੇ ਹੋਣਗੇ,
ਲੇਕਿਨ ਇਹ ਵੱਡੇ ਲੋਕ ਸੀ, ਛੋਟੀਆਂ ਗੱਲਾਂ ਦਰਕਨਾਰ ਕਰ ਜਾਂਦੇ ਹੁੰਦੇ ਸੀ। ਮੌਜੂਦਾ ਲੀਡਰਸ਼ਿਪ ਖਾਸ ਤੌਰ ਤੇ ਜਿਹੜੀ ਨਵੀਂ ਪੀੜ੍ਹੀ ਦੀ ਸਿਆਸਤ ਆ, ਇਹਦੇ ਵਿੱਚ ਸਹਿਣਸ਼ੀਲਤਾ ਦੀ ਕਮੀ ਆ। ਇਹਨਾਂ ਨੂੰ ਅਜੇ ਸਿੱਖਣ ਦੀ ਵੀ ਬਹੁਤ ਲੋੜ ਆ। ਪਰ ਅਸੀਂ ਕੌਣ ਹੁੰਦੇ ਆ? ਸਾਡੀ ਔਕਾਤ ਕੀ ਆ? ਹੈਸੀਅਤ ਕੀ ਆ? ਕੀ ਸਿਖਾ ਸਕਦੇ ਹਾਂ ਅਸੀਂ? ਕੁਝ ਨਹੀਂ ਸਾਡੇ ਪੱਲੇ, ਬਸ ਕੁਝ ਬੋਲ ਸਕਦੇ ਹਾਂ ਲਫ਼ਜ਼। ਮਿਹਰਬਾਨੀ, ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।